ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਪਰਮਾਤਮਾ ਨੇ ਸ੍ਰਿਸ਼ਟੀ ਕੁਦਰਤ ਨੂੰ ਸਾਜਿਆ ਔਰ ਕੁਦਰਤ ਦੇ ਵਿੱਚ ਚਲਾਉਣ ਦੇ ਲਈ ਆਪਣੇ ਇੱਕ ਧਰਮ, ਜਿਨ੍ਹਾਂ ਨੂੰ ਸਿਧਾਂਤ ਵੀ ਕਿਹਾ ਜਾਂਦਾ ਹੈ, ਪਰਮਾਤਮਾ ਦੇ ਨਿਯਮ ਵੀ ਕਿਹਾ ਜਾਂਦਾ ਹੈ, ਉਹ ਪੈਦਾ ਕੀਤੇ। ਔਰ ਸਾਹਿਬ ਸ਼੍ਰੀ ਗੁਰੂ ਪਰਮ ਪਿਤਾ ਪਰਮਾਤਮਾ ਨੇ ਇਹ ਜੀਵ ਦੀ ਪੈਦਾਇਸ਼ ਕਰਕੇ ਇਸ ਨੂੰ ਮਾਤ ਲੋਕ ਦੇ ਵਿੱਚ ਭੇਜ ਦਿੱਤਾ, ਆਪਣੀ ਜੋਤ ਤੋਂ ਵਿਛੋੜਾ ਦੇ ਕੇ। ਔਰ ਹੁਕਮ ਲਾਇਆ ਕਿ ਜਦੋਂ ਤੂੰ ਮਾਤ ਲੋਕ ਦੇ ਵਿੱਚ ਜਾ ਕੇ ਮੇਰਾ ਨਾਮ ਸਿਮਰਨ ਕਰੇਗਾ, ਉਦੋਂ ਤੈਨੂੰ ਮੇਰੇ ਦਰਸ ਦੀਦਾਰੇ ਹੋ ਜਾਣਗੇ, ਮੇਰੇ ਨਾਲ ਮਿਲਣ ਹੋ ਜਾਏਗਾ। ਤੇਰੀ ਜੋਤ ਜਿਹੜੀ ਹੈ, ਜਿਸ ਨੂੰ ਪਰਮਾਤਮਾ ਨੇ ਆਪਣੀ ਜੋਤ ਤੋਂ ਵਿਛੋੜਾ ਦੇ ਕੇ ਸੰਜੋਗ ਵਿਜੋਗ ਤੋਂ ਇਕਾਰ ਚਲਾਵਾ ਲੇਖੇ ਆਵੇ ਭਾਗ, ਵਿਛੋੜਾ ਦੇ ਕੇ ਇਸ ਮਾਤ ਲੋਕ ਦੇ ਵਿੱਚ ਭੇਜਿਆ ਸੀ, ਉਸ ਜੋਤ ਦਾ ਪਰਮਾਤਮਾ ਦੀ ਜੋਤ ਦੇ ਨਾਲ ਮਿਲਣ ਹੋ ਜਾਏਗਾ। ਔਰ ਜੋ ਰੂਹਾਂ, ਜੋ ਮਨੁੱਖ, ਜੋ ਬੰਦੇ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰਨਗੇ, ਮਾਇਆ ਦੇ ਵਿੱਚ ਗਲਤਾਨ ਹੋ ਜਾਣਗੇ, ਮਾਇਆ ਦੇ ਰੰਗਾਂ ਦੇ ਵਿੱਚ ਖੇਲਦੇ ਰਹਿਣਗੇ ਔਰ ਆਪਣੀ ਮਰਜ਼ੀ ਦੇ ਮਨ ਮਰਜ਼ੀ ਦੇ ਕਰਮ ਕਰਨਗੇ, ਭਾਈ ਉਹਨਾਂ ਨੂੰ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਇਸ ਤਰ੍ਹਾਂ ਦਾ ਸਿਧਾਂਤ ਜਿਹੜਾ ਹੈ ਉਹ ਪਰਮ ਪਿਤਾ ਪਰਮਾਤਮਾ ਨੇ ਇਸ ਸੰਸਾਰ ਦੇ ਜੀਵਾਂ ਦੇ ਉੱਤੇ ਲਾਗੂ ਕੀਤਾ ਹੋਇਆ। ਤੋ ਸਾਧ ਸੰਗਤ ਜੀ, ਜਦੋਂ ਇਸ ਧਰਮਸਾਲ ਦੇ ਵਿੱਚ ਆ ਕੇ, ਕਿਉਂਕਿ ਧਰਤੀ ਇੱਕ ਧਰਮਸਾਲ ਬਣਾਈ ਹੈ, ਅਸੀਂ 84 ਲੱਖ ਜੂਨੀਆਂ ਦਾ ਭੋਗ ਭੋਗਦੇ ਹੋਏ ਇੱਥੇ ਧਰਮਸਾਲ ਦੇ ਵਿੱਚ ਆ ਕੇ ਧਰਮ ਕਰਨ ਦਾ ਇਹ ਅਸਥਾਨ ਹੈ। ਇੱਥੇ ਅਸੀਂ ਧਰਮ ਕਰਦੇ ਹਾਂ, ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਾਂ, ਗਿਆਨ ਦੀ ਪ੍ਰਾਪਤੀ ਕਰਦੇ ਹਾਂ, ਅਤੇ ਫਿਰ ਪਰਮ ਪਿਤਾ ਪਰਮਾਤਮਾ ਨਾਲ ਸਾਡਾ ਅੱਗੇ ਜਾ ਕੇ ਸੱਚਖੰਡ ਦੇ ਦੁਆਰੇ ਦੇ ਉੱਤੇ ਸਾਡੀ ਰੂਹ ਦਾ ਔਰ ਪਰਮਾਤਮਾ ਦੀ ਜੋਤ ਦਾ ਮਿਲਣ ਹੋ ਜਾਂਦਾ, ਪਰਮਾਤਮਾ ਨਾਲ ਸਾਡੀ ਰੂਹ ਦਾ ਮਿਲਣ ਹੋ ਜਾਂਦਾ। ਉਹ ਸਾਧ ਸੰਗਤ ਜੀ, ਇਹ ਅਵਸਥਾ ਜਦੋਂ ਨਾਮ ਸਿਮਰਨ ਦੀ ਕੋਈ ਜਗਿਆਸੂ ਕਰਦਾ ਹੈ ਨਾ, ਤਾਂ ਸਭ ਤੋਂ ਪਹਿਲਾਂ ਧਰਖੰਡ ਇਹ ਤਰਾਪਤ ਪਬੜੀਆ ਚੜੀਏ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਜਿਹੜੇ ਗੁਰਮੁਖ ਪਿਆਰੇ ਹੋ ਕੇ ਜਗਿਆਸੂ ਬਣ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੈ, ਪਰਮਾਤਮਾ ਦੇ ਨਾਲ ਮਿਲਣ ਦੀ ਅਭਿਲਾਸ਼ਾ ਰੱਖਦੇ ਹੈ, ਉਹ ਗੁਰਮੁਖ ਪਿਆਰਿਆਂ ਨੂੰ ਨਾਮ ਸਿਮਰਨ ਕਰਦੇ ਹਾਂ। ਗੁਰੂ ਤੋਂ ਪਰਮ ਪਿਤਾ ਪਰਮਾਤਮਾ ਤੋਂ, ਪੰਜ ਪਿਆਰਿਆਂ ਤੋਂ ਪਰਮ ਪਿਤਾ ਪਰਮਾਤਮਾ ਦਾ ਨਾਮ ਲੈ ਕੇ ਉਸ ਨਾਮ ਦਾ ਜਦੋਂ ਸਿਮਰਨ ਕਰਦੇ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਾਮ ਪ੍ਰਾਪਤ ਕਰਕੇ ਨਾਮ ਸਿਮਰਨ ਕਰਦੇ ਹੈ, ਉਦੋਂ ਉਹਨਾਂ ਦੀ ਅਵਸਥਾ ਐਸੀ ਬਣ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਧਰਮਖੰਡ ਦੀ ਪ੍ਰਾਪਤੀ ਹੁੰਦੀ ਹੈ, ਕਿ ਉਹ ਇਹ ਗੱਲ ਸਮਝ ਜਾਂਦੇ ਆ ਕਿ ਅਸੀਂ ਆਪਣੀ ਰੂਹ ਦਾ ਕਲਿਆਣ ਕਰਨਾ ਹੈ। ਕਲਿਆਣ ਕਰਨ ਵਾਸਤੇ ਧਰਮ ਨੂੰ ਸਮਝਣਾ, ਭਾਵ ਪਰਮਾਤਮਾ ਦੇ ਸਿਧਾਂਤਾਂ ਨੂੰ ਸਮਝਣਾ, ਨਿਯਮਾਂ ਨੂੰ ਸਮਝਣਾ, ਇਹ ਉਸ ਰੂਹ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਔਰ ਜਦੋਂ ਗੁਰੂ ਦੀ ਐਸੀ ਅਵਸਥਾ ਪ੍ਰਾਪਤ ਕਰਨ ਦੀ ਇੱਛਾ ਰੱਖਦੀ ਹੈ ਕੋਈ ਰੂਹ, ਉਦੋਂ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਾਲ ਉਸ ਨੂੰ ਧਰਮਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤੋਂ ਬਾਅਦ ਉਹ ਨਾਮ ਸਿਮਰਨ ਕਰਦੀ ਹੋਈ ਗਿਆਨ ਖੰਡ ਦੀ ਪ੍ਰਾਪਤੀ ਕਰਦੀ ਹੈ, ਔਰ ਗਿਆਨ ਖੰਡ ਦੇ ਵਿੱਚ ਉਸ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਇਹ ਪਰਮ ਪਿਤਾ ਪਰਮਾਤਮਾ ਕੀ ਚੀਜ਼ ਹੈ, ਪਰਮ ਪਿਤਾ ਪਰਮਾਤਮਾ ਨੇ ਸ੍ਰਿਸ਼ਟੀ ਕਿਸੇ ਸਾਜੀ ਹੈ, ਕੁਦਰਤ ਕਿਵੇਂ ਸਾਜੀ ਹੈ, ਕਿਵੇਂ ਉਹ ਚਲਾਏਮਾਨ ਹੋ ਰਹੀ ਹੈ, ਕਿਹੜੇ ਨਿਯਮ ਜਿਹੜੇ ਆ ਉਸ 'ਤੇ ਲਾਗੂ ਹੁੰਦੇ ਹੈ, ਸ੍ਰਿਸ਼ਟੀ ਦੇ ਵਿੱਚ ਜੀਵਾਂ ਦੇ ਉੱਤੇ ਲਾਗੂ ਹੁੰਦੇ ਹੈ। ਤੋ ਇਸ ਤਰ੍ਹਾਂ ਦਾ ਕਿੰਨੇ ਦੇਵੀ ਦੇਵਤੇ ਹੈ, ਕਿੰਨੇ ਹੋਰ ਕੋਈ ਖਾਣੀਆਂ ਦੇ ਵਿੱਚ, ਬਾਣੀਆਂ ਦੇ ਵਿੱਚ, ਜਿੰਨਾ ਵੀ ਸਾਰਾ ਕੁਛ ਗਿਆਨ ਜਿਹੜਾ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ, ਇਹ ਗਿਆਨ ਖੰਡ ਹੁੰਦਾ। ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਆ ਭਾਈ ਸਰਮਖੰਡ। ਸਰਮਖੰਡ ਕੀ ਹੁੰਦਾ ਹੈ ਕਿ ਅਸੀਂ ਨਾਮ, ਜਦੋਂ ਸਾਨੂੰ ਗਿਆਨ ਆ ਜਾਂਦਾ ਹੈ, ਧਰਮ ਦੀ ਕਲਿਆਣ ਦੀ ਅਵਸਥਾ ਦੇ ਵਿੱਚ ਅਸੀਂ ਗਿਆਨ ਦੀ ਪ੍ਰਾਪਤੀ ਕਰਦੇ ਹਾਂ, ਉਦੋਂ ਫਿਰ ਸਾਨੂੰ ਮਿਹਨਤ ਕਰਨ ਦੀ ਲੋੜ ਪੈਂਦੀ ਹੈ, ਭਾਵ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੀ ਮਿਹਨਤ ਕਰਨੀ ਪੈਂਦੀ ਹੈ। ਔਰ ਇਸ ਸਿਮਰਨ ਦੇ ਮਿਹਨਤ ਦੇ ਕੀਤਿਆਂ ਗੁਰੂ ਦੀ ਐਸੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਕਿ ਸਾਨੂੰ ਕਰਮਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ।
ਔਰ ਅਸੀਂ ਕਰਮਖੰਡ ਦੇ ਵਿੱਚ ਪਰਮਾਤਮਾ ਤੋਂ ਬਖਸ਼ਿਸ਼ਾਂ ਪ੍ਰਾਪਤ ਕਰ ਲੈਂਦੇ ਹਾਂ। ਅਸੀਂ ਪਰਮਪਿਤਾ ਪਰਮਾਤਮਾ ਦੇ ਪਿਆਰੀ ਬਣ ਜਾਂਦੇ ਹਾਂ। ਸਾਡੀ ਰੂਹ ਜਿਹੜੀ ਆ ਉਹ ਪਰਮਾਤਮਾ ਉਸ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਸਾਡੀ ਰੂਹ ਜੀਵਤ ਪਦਵੀ ਨੂੰ, ਸਹਿਜ ਅਵਸਥਾ ਨੂੰ, ਜੀਵਤ ਪਦਵੀ ਨੂੰ, ਅਨਹਦ ਧੁਨ ਪਹਿਲਾਂ ਵੱਜਦੀ ਹੈ, ਫਿਰ ਸਹਿਜ ਅਵਸਥਾ ਆਉਂਦੀ ਹੈ, ਫਿਰ ਜੀਵਤ ਪਦਵੀ ਦੀ ਪ੍ਰਾਪਤੀ ਹੁੰਦੀ ਹੈ, ਔਰ ਫਿਰ ਅਮਰਾ ਪਦ ਦੀ ਪ੍ਰਾਪਤੀ ਹੁੰਦੀ ਹੈ, ਔਰ ਫਿਰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸੱਚਖੰਡ ਦੇ ਦੁਆਰੇ ਦੇ ਉੱਤੇ ਜਾ ਕੇ ਇਸ ਰੂਹ ਨੂੰ ਕਵਲਿਆ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਔਰ ਇਸ ਰੂਹ ਦਾ ਜਿਹੜਾ ਹੈ ਆਵਾਗਮਨ ਜਿਹੜਾ 84 ਲੱਖ ਜੂਨੀਆਂ ਦਾ ਭੋਗ ਜਿਹੜਾ ਮਨਮੁਖ ਜੀਵਾਂ ਨੂੰ ਲੱਗਦਾ ਹੈ, ਉਹ ਇਸ ਨੂੰ ਫਿਰ ਨਹੀਂ ਲੱਗਦਾ। ਇਸ ਨੂੰ ਇਹ ਕੱਟਿਆ ਜਾਂਦਾ ਔਰ ਇਹ ਪਰਮਾਤਮਾ ਦੇ ਦਰ ਦੇ ਉੱਤੇ ਬੈਠ ਕੇ, ਸੱਚਖੰਡ ਦੇ ਦੁਆਰੇ ਦੇ ਉੱਤੇ ਬੈਠ ਕੇ ਇਹ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੈ, ਦਰਸ਼ਦਾਰੇ ਕਰਦੀ ਹੈ, ਜਾਂ ਪਰਮਾਤਮਾ ਦੇ ਵਿੱਚ ਪਰਮਾਤਮਾ ਚਾਹਵੇ ਤੇ ਅਭੇਦ ਹੋ ਜਾਂਦੀ ਹੈ। ਪਰਮਾਤਮਾ ਦੀ ਕਿਰਪਾ ਨਾਲ ਭੇਦ ਹੁੰਦੀ ਹੈ। ਤੋ ਸਾਧ ਸੰਗਤ ਜੀ, ਸੱਚਖੰਡ ਗੁਰੂ ਸਾਹਿਬ ਕਹਿੰਦੇ ਆ ਫਿਰ ਭਾਈ ਇਹ ਜਿਹੜਾ ਹੈ ਨਾ 4 ਅਵਸਥਾ, ਧਰਮਖੰਡ, ਗਿਆਨਖੰਡ, ਸਰਮਖੰਡ ਔਰ ਕਰਮਖੰਡ, ਸਾਡੀ ਰੂਹ ਪਹਿਲਾਂ ਧਰਮਖੰਡ ਦੀ ਪ੍ਰਾਪਤੀ ਕਰਦੀ ਹੈ, ਫਿਰ ਗਿਆਨਖੰਡ ਦੀ ਪ੍ਰਾਪਤੀ ਕਰਦੀ ਹੈ, ਫਿਰ ਸਰਮਖੰਡ ਦੀ ਪ੍ਰਾਪਤੀ ਕਰਕੇ ਕਰਮਖੰਡ ਦੀ ਪ੍ਰਾਪਤੀ ਕਰਦੀ ਹੈ। ਔਰ ਜਦੋਂ ਕਰਮਖੰਡ ਦੇ ਵਿੱਚ ਆਉਂਦੀ ਹੈ ਉਦੋਂ ਇਸ ਰੂਹ ਨੂੰ ਪਰਮਪਿਤਾ ਪਰਮਾਤਮਾ ਦੀ ਬਖਸ਼ਿਸ਼ ਨਾਲ ਸੱਚਖੰਡ ਪਰਮਾਤਮਾ ਦਾ ਜਿਹੜਾ ਹੈ ਉਸ ਦੇ ਵਿੱਚ ਦਾਖਲ ਹੋਣ ਦੀ ਜਿਹੜੀ ਹੈ ਉਹ ਇੱਕ ਬੈਜ ਜਿਹੜਾ ਹੈ ਪਰਮਪਿਤਾ ਪਰਮਾਤਮਾ ਵੱਲੋਂ ਉਸ ਦੇ ਮਸਤਕ ਦੇ ਉੱਤੇ ਲੱਗ ਜਾਂਦਾ। ਇੱਕ ਨਿਸ਼ਾਨੀ ਜਿਹੜੀ ਆ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ, ਉਸ ਦੇ ਮੱਥੇ ਦੇ ਉੱਤੇ ਲੱਗ ਜਾਂਦੀ ਹੈ, ਜਿਸ ਦੇ ਸਦਕਾ ਉਹ ਰੂਹ ਜਿਹੜੀ ਹੈ ਜਦੋਂ ਮਰਜੀ, ਜਦੋਂ ਉਸ ਦੀ ਪੂੰਜੀ ਸਾਹਾਂ ਦੀ ਖਤਮ ਹੋਏਗੀ ਔਰ ਉਦੋਂ ਪਹੁੰਚੇਗੀ ਦੇਵਤੇ ਉਸ ਨੂੰ ਸੱਚਖੰਡ ਦੇ ਦੁਆਰੇ ਦੇ ਉੱਤੇ ਗੁਰੂ ਪਰਮ ਪਿਤਾ ਪਰਮਾਤਮਾ ਜਿਹੜਾ ਹੈ, ਪਾਰ ਬ੍ਰਹਮ ਪਰਮੇਸ਼ਰ ਜਿਹੜਾ ਹੈ, ਜੋਤ ਸਰੂਪ ਪਰਮੇਸ਼ਰ ਹੈ, ਉਸ ਦੇ ਸਮਕਕਸ਼ ਜਿਹੜਾ ਹੈ ਸਾਹਮਣੇ ਪੇਸ਼ ਕਰਦੇ ਹੈ। ਔਰ ਫਿਰ ਉਹ ਰੂਹ ਨੂੰ ਉੱਥੇ ਆਸਣ ਪ੍ਰਾਪਤ ਹੁੰਦਾ ਔਰ ਉੱਥੇ ਉਹ ਪਰਮਾਤਮਾ ਦੇ ਦਰਸ਼ਦਾਰੇ ਕਰਦੀ ਹੋਈ ਉਹ ਜੋਤ ਜਿਹੜੀ ਹੈ, ਪਰਮਾਤਮਾ ਦੀ ਜੋਤ ਦੇ ਦਰਸ਼ਦਾਰੇ ਕਰਦੀ ਹੋਈ ਆਪਣੇ ਸੱਚਖੰਡ ਦੇ ਆਸਣ ਦੇ ਉੱਤੇ ਬਿਰਾਜਮਾਨ ਹੋ ਕੇ ਨਾਮ ਸਿਮਰਨ ਕਰਦੀ ਰਹਿੰਦੀ ਹੈ। ਤੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਨਾ, ਜਿਹਨੂੰ ਅਸੀਂ ਸੱਚੀ ਬਾਣੀ ਕਹਿੰਦੇ ਹਾਂ, ਧੁਰ ਕੀ ਬਾਣੀ ਕਹਿੰਦੇ ਹਾਂ, ਖਸਮ ਕੀ ਬਾਣੀ ਕਹਿੰਦੇ ਆ, ਸੱਚ ਕੀ ਬਾਣੀ ਕਹਿੰਦੇ ਆ, ਉਹ ਗੁਰਬਾਣੀ ਸਾਨੂੰ ਇਹ ਭੇਦ ਦੱਸਦੀ ਹੈ ਕਿ ਸੱਚਖੰਡ ਵਸੈ ਨਿਰੰਕਾਰ। ਹੁਣ ਇਹ ਕਰਮਖੰਡ ਤੋਂ ਬਾਅਦ ਸਾਡੀ ਰੂਹ ਜਿਹੜੀ ਹੈ ਪਰਮਾਤਮਾ ਦੀ ਬਖਸ਼ਿਸ਼ ਲੈ ਕੇ ਕਦੇ ਵੀ ਸੱਚਖੰਡ ਦੇ ਵਿੱਚ ਵਿਰਾਜਮਾਨ ਹੋ ਸਕਦੀ ਹੈ। ਇਹ ਪਰਮਾਤਮਾ ਦੀ ਬਖਸ਼ਿਸ਼ ਹੈ। ਔਰ ਸੱਚਖੰਡ ਜਿਹੜਾ ਹੁਣ ਗੁਰੂ ਸਾਹਿਬ ਸਾਨੂੰ ਭੇਦ ਦੱਸਦੇ ਆ ਵੀ ਸੱਚਖੰਡ ਹੈ ਕੀ, ਸੱਚਖੰਡ ਕਿਹਨੂੰ ਕਹਿੰਦੇ ਹੈ, ਸੱਚਖੰਡ ਦੇ ਵਿੱਚ ਕੀ ਵਿਵਸਥਾ ਹੈ, ਕੀ ਅਵਸਥਾ ਹੈ, ਕੀ ਉਸ ਦਾ ਜਿਹੜਾ ਹੈ ਵਾਤਾਵਰਨ ਹੈ। ਅਤੇ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਸੱਚਖੰਡ ਦੇ ਦੁਆਰੇ ਉੱਤੇ ਜਦੋਂ ਪਹੁੰਚੇ ਸੀ, ਮੂਲ ਮੰਤਰ ਦਾ ਨਾਮ, ਮੂਲ ਮੰਤਰ ਦਾ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਨੂੰ ਅੰਮ੍ਰਿਤ ਛਕਾਇਆ ਗਿਆ, ਅੰਮ੍ਰਿਤ ਦਾ ਪਿਆਲਾ ਪੇਸ਼ ਕਰਕੇ ਪਰਮਾਤਮਾ ਨੇ ਉਸ ਨੂੰ ਛਕਾਇਆ ਔਰ ਫਿਰ ਇਹ ਮੂਲ ਮੰਤਰ ਜਿਹੜਾ ਨਾਮ ਸੀ ਇਹ ਸੰਸਾਰ ਦੇ ਵਿੱਚ ਜਾ ਕੇ ਜਪ ਕਰਾਉਣ ਦਾ ਆਦੇਸ਼ ਦਿੱਤਾ। ਔਰ ਪਰਮਾਤਮਾ ਨੂੰ ਆਪਣਾ ਪਰਮਪਿਤਾ ਪਰਮਾਤਮਾ ਨੇ ਸੱਚਖੰਡ ਵੀ ਦਿਖਾਇਆ, ਜਿਸ ਦਾ ਵੇਰਵਾ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ, ਇਸ ਸਾਰੇ ਹੀ ਲੇਖ ਦੇ ਵਿੱਚ, ਸਾਰੀ ਬਾਣੀ ਦੀ ਰਚਨਾ ਦੇ ਵਿੱਚ ਇਹ ਸੱਚਖੰਡ ਦਾ ਵੇਰਵਾ ਜਿੰਨਾ ਪਰਮਾਤਮਾ ਨੇ ਦਿਖਾਇਆ ਉਹ ਲਿਖਿਆ ਹੋਇਆ, ਉਹ ਉਚਾਰਨ ਕੀਤਾ ਗੁਰੂ ਸਾਹਿਬ ਨੇ। ਅਤੇ ਗੁਰੂ ਸਾਹਿਬ ਇਹੀ ਜੋ ਗੁਰੂ ਸਾਹਿਬ ਨੂੰ ਪਰਮਾਤਮਾ ਨੇ ਦਿਖਾਇਆ ਸੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ, ਗੁਰੂ ਸਾਹਿਬ ਇਹੀ ਲਿਖ ਰਹੇ ਹੈ, ਉਚਾਰਨ ਕਰ ਰਹੇ ਹੈ ਗੁਰਬਾਣੀ ਦੇ ਵਿੱਚ। ਜਪਜੀ ਸਾਹਿਬ ਦੀ ਅਖੀਰਲੀ ਜਿਹੜੀ ਵਚਨ ਹੈ, ਸੱਚਖੰਡ ਵਸੈ ਨਿਰੰਕਾਰ, ਕਹਿੰਦੇ ਵੀ ਪਰਮਾਤਮਾ ਜਿਹੜਾ ਸੱਚਖੰਡ ਦੇ ਵਿੱਚ ਵਸਦਾ, ਕਰ ਕਰ ਵੇਖੈ ਨਦਰ ਨਿਹਾਲ, ਉਹ ਆਪਣੀਆਂ ਰੂਹਾਂ ਨੂੰ ਕਰ ਕਰਕੇ ਭਾਵ ਉਹਨਾਂ ਨੂੰ ਬਖਸ਼ਾਂ ਦੇ ਦੇ ਕੇ, ਉਹਨਾਂ ਨੂੰ ਵੈਲਿਡ ਕਰਕੇ ਸੰਸਾਰ ਆਪਣੇ ਸੱਚਖੰਡ ਦੇ ਉੱਤੇ ਆਸਣ ਦੇ ਉੱਤੇ, ਸੱਚਖੰਡ ਦੇ ਮਹਿਲ ਦੇ ਵਿੱਚ ਆਸਣ ਦੇ ਕੇ ਉਹਨਾਂ ਨੂੰ ਵੇਖਦਾ ਹੈ, ਉਹਨਾਂ ਨੂੰ ਨਾਮ ਜਪਦੇ ਹੋਏ ਖੁਸ਼ ਹੁੰਦਾ ਹੈ। ਕਰ ਕਰ ਵੇਖੈ ਨਦਰ ਨਿਹਾਲ, ਉਹਨਾਂ 'ਤੇ ਨਦਰ ਵੀ ਕਰਦਾ ਹੈ, ਭਾਵ ਨਦਰ ਦੀ ਕਿਰਪਾ ਕਰਕੇ ਉਹਨਾਂ ਨੂੰ ਨਿਹਾਲ ਕਰ ਦਿੰਦਾ ਹੈ।
कर कर वेखै नदर निहाल। गुरु साहब कहते तिथे खंड मंडल वर भंड, जे को कथैत अंत न अंत। तिथे लो लो आकार, जिव जिव हुकम तिवै तिवकार। वेखै विगसै कर विचार, नानक कथना करड़ा सार। ਇਹ ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਜਿਹੜੀ ਹੈ ਨਾ, ਧੁਰਕੀ ਬਾਣੀ ਜਿਹੜੀ ਹੈ, ਇਹ ਭੇਦ ਦੱਸਦੀ ਹੈ ਕਿ ਸੱਚਖੰਡ ਦੇ ਵਿੱਚ ਪਰਮਾਤਮਾ ਦਾ ਵਾਸ ਹੈ। ਉੱਥੇ ਉਹ ਰੂਹਾਂ ਨੂੰ ਖੁਸ਼ੀਆਂ ਬਖਸ਼ ਬਖਸ਼ ਕੇ ਉਹਨਾਂ ਨੂੰ ਨਿਹਾਲ ਕਰ ਕਰਕੇ ਉਹ ਦਿਖਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਤਿੱਥੇ ਖੰਡ ਮੰਡਲ, ਉੱਥੇ ਮਤਲਬ ਧਰਤੀ ਵੀ ਹੈ, ਆਕਾਸ਼ ਵੀ ਹੈ, ਮੰਡਲ ਵੀ ਹੈ। ਤਿੱਥੇ ਖੰਡ ਮੰਡਲ ਬ੍ਰਹਿਮੰਡ, ਬ੍ਰਹਿਮੰਡ ਦਾ ਮਤਲਬ ਜਿਸ ਤਰ੍ਹਾਂ ਸਾਡਾ ਆਕਾਸ਼ ਹੈ ਨਾ ਬਹੁਤ ਉੱਚਾ ਬ੍ਰਹਿਮੰਡ, ਕਈ ਪਰਤਾਂ ਇਸ ਦੇ ਵਿੱਚ, ਤੋ ਇਸੇ ਤਰ੍ਹਾਂ ਹੀ ਉੱਥੇ ਵੀ ਸੱਚਖੰਡ ਦੇ ਵਿੱਚ ਵੀ ਇਹ ਆਕਾਸ਼ ਹੈ, ਇਹ ਵਾਤਾਵਰਨ ਹੈ। ਤਿੱਥੇ ਖੰਡ ਮੰਡਲ ਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ। ਜੇ ਕੋਈ ਇਸ ਦਾ ਵੇਰਵਾ ਕਹਿਣਾ ਚਾਹਵੇ ਤਾਂ ਕਹਿੰਦੇ ਵੀ ਅਸੀਂ ਨਹੀਂ ਕਹਿ ਸਕਦੇ। ਜੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਕਿਸੇ ਨੂੰ ਇਹ ਸਮਝਾ ਦੇਵੇ, ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਸਮਝਾਇਆ ਸੀ, ਅਤੇ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਵਿਚਾਰ ਸਾਨੂੰ ਜਪਜੀ ਸਾਹਿਬ ਦੇ ਵਿੱਚ ਦਰਜ ਕਰਕੇ ਦੱਸਿਆ ਹੋਇਆ ਹੈ ਕਿ ਤਿੱਥੇ ਖੰਡ ਮੰਡਲ ਬ੍ਰਹਮੰਡ, ਜੇ ਕੋ ਕਥਿਤ ਅੰਤ ਨਾ। ਤਿੱਥੇ ਲੋ ਲੋ ਆਕਾਰ, ਉੱਥੇ ਜਿਹੜੀਆਂ ਰੂਹਾਂ ਵਸਦੀਆਂ ਨਾ ਉਹ ਜੋਤ ਸਰੂਪ ਆਕਾਰ ਦੀਆਂ, ਉਹਨਾਂ ਦਾ ਸਰੀਰ ਨਹੀਂ ਹੁੰਦਾ ਗਾ, ਉਹ ਜੋਤ ਸਰੂਪ ਹੁੰਦੀਆਂ। ਔਰ ਜੋਤ ਸਰੂਪ ਹੀ ਜੋਤ ਦੇ ਪਰਮਾਤਮਾ ਦੀ ਜੋਤ ਦੇ ਦਰਸ਼ਨ ਕਰਦੀਆਂ। ਜੋਤ ਪਰਮਾਤਮਾ ਦੀ ਵੀ ਜੋਤ ਹੁੰਦੀ ਹੈ, ਜੋਤ ਸਰੂਪ ਪਰਮਾਤਮਾ ਹੁੰਦਾ ਹੈ, ਔਰ ਰੂਹ ਵੀ ਨਿਰਮਲ ਰੂਹ ਜਿਹੜੀ ਹੈ ਉਹ ਜੋਤ ਸਰੂਪ ਹੁੰਦੀ ਹੈ। ਔਰ ਪਰਮਾਤਮਾ ਦੇ ਆਸਣ 'ਤੇ ਬੈਠ ਕੇ ਇਹ ਸਤਸੰਗ ਕਰਦੀਆਂ, ਨਾਮ ਸਿਮਰਨ ਕਰਦੀਆਂ। ਤਿੱਥੇ ਖੰਡ ਮੰਡਲ ਬ੍ਰਹਮੰਡ, ਜੇ ਕੋ ਕਥਿਆ ਤਾਂ ਅੰਤ ਨਾ। ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਜਿਵੇਂ ਇਹਨਾਂ ਰੂਹਾਂ ਨੂੰ ਪਰਮਾਤਮਾ ਹੁਕਮ ਕਰਦਾ ਉਵੇਂ ਇਹ ਕਾਰ ਕਰਦੀਆਂ। ਜੇ ਤਾਂ ਪਰਮਾਤਮਾ ਕਹਿ ਦੇਵੇ ਵੀ ਆਸਣ 'ਤੇ ਬੈਠ ਕੇ ਨਾਮ ਸਿਮਰਨ ਕਰੋ ਤਾਂ ਇਸ ਤਰ੍ਹਾਂ ਕਰਦੀਆਂ। ਜੇ ਪਰਮਾਤਮਾ ਕਹਿ ਦੇਵੇ ਜੋਤ ਦੇ ਵਿੱਚ, ਪਰਮਾਤਮਾ ਦੀ ਜੋਤ ਦੇ ਵਿੱਚ ਅਭੇਦ ਕਰਨਾ ਹੈ ਤਾਂ ਪਰਮਾਤਮਾ ਉਹਨਾਂ ਨੂੰ ਆਪਣੀ ਜੋਤ ਦੇ ਵਿੱਚ ਅਭੇਦ ਕਰ ਲੈਂਦਾ। ਅਤੇ ਜੇ ਪਰਮਾਤਮਾ ਚਾਹੁੰਦਾ ਹੈ ਕਿ ਸ਼ੁੱਧ ਰੂਹਾਂ ਨੂੰ ਫਿਰ ਸੰਸਾਰ ਦੇ ਮਾਤਲੋਕ ਦੇ ਵਿੱਚ ਭੇਜ ਕੇ ਉਹਨਾਂ ਨੂੰ ਜ਼ਿੰਮੇਵਾਰੀ ਲਾ ਦਿੰਦਾ ਹੈ ਕਿ ਤੁਸੀਂ ਜਾ ਕੇ ਪਰਮਾਤਮਾ ਦੇ ਨਾਮ ਸਿਮਰਨ ਦੀ ਜਿਹੜੀ ਹੈ ਨਾ ਉਹ ਲੋਕਾਂ ਨੂੰ ਵਿਧੀ ਦੱਸੋ, ਔਰ ਲੋਕਾਂ ਤੋਂ ਨਾਮ ਸਿਮਰਨ ਕਰਵਾ ਕੇ ਉਹਨਾਂ ਨੂੰ ਸੱਚ ਦੇ ਰਸਤੇ ਨਾਲ ਜੋੜੋ, ਪਰਮਾਤਮਾ ਨਾਲ ਜੋੜੋ। ਅਤੇ ਇਸ ਤਰ੍ਹਾਂ ਫਿਰ ਉਹ ਰੂਹਾਂ ਜਿਹੜੀਆਂ ਸੰਤ ਰੂਪ ਹੋ ਕੇ, ਗੁਰਮੁਖ ਪਿਆਰੇ ਹੋ ਕੇ, ਬ੍ਰਹਮ ਗਿਆਨੀ ਰੂਪ ਹੋ ਕੇ ਉਹ ਸੰਸਾਰ ਦੇ ਲੋਕਾਂ ਦੇ ਆ ਕੇ ਨਾਮ ਸਿਮਰਨ ਕਰਾਉਂਦੀਆਂ। ਅਤੇ ਫਿਰ ਉਹਨਾਂ ਦੇ ਨੇ ਸਿਮਰਨ ਦੇ ਸਦਕਾ, ਮਹਾਂਪੁਰਸ਼ਾਂ ਦੀ ਨਾਮ ਜਪਾਉਣ ਦੇ ਸਦਕਾ ਕੁਛ ਅਨੇਕਾਂ ਰੂਹਾਂ ਜਿਹੜੀਆਂ ਤਰ ਜਾਂਦੀਆਂ, ਔਰ ਉਹ ਪਰਮਾਤਮਾ ਦੇ ਦਰਸਦਾਰੇ ਕਰਕੇ ਆਸਣ ਦੇ ਉੱਤੇ ਬਿਰਾਜਮਾਨ ਹੋ ਜਾਂਦੀਆਂ। ਇਹ ਹੈ ਸੱਚਖੰਡ ਦਾ ਰਸਤਾ। ਹੁਣ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇੱਕ ਬਖਸ਼ਿਸ਼ ਕਰਦੇ ਹੈ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਕੀ ਕਹਿੰਦੇ ਹੈ ਕਿ ਜਿੰਨੀ ਜਿਸ ਕਿਸੇ ਨੂੰ ਬੁੱਧੀ ਪ੍ਰਾਪਤ ਹੈ ਜੀਵ ਨੂੰ, ਉਹ ਓਨਾ ਹੀ ਪਰਮਪਿਤਾ ਪਰਮਾਤਮਾ ਨੂੰ ਜਾਣਦਾ ਹੈ, ਔਰ ਓਨਾ ਕੀ ਉਹ ਉਹਨਾਂ ਦਾ ਵਰਣਨ ਕਰ ਦਿੰਦਾ, ਉਹਨਾਂ ਦਾ ਵੇਰਵਾ ਵਿਚਾਰ ਜਿਹੜਾ ਹੈ ਉਹ ਉੱਥੋਂ ਤੱਕ ਜਿੰਨਾ ਕੁ ਉਹਨੂੰ ਗਿਆਨ ਹੁੰਦਾ ਉਹਨਾਂ ਕੁ ਦੱਸ ਦਿੰਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਅਮੂਮਨ ਸੰਸਾਰ ਦੇ ਵਿੱਚ ਅੱਜ ਕੱਲ੍ਹ ਇੱਕ ਰਿਵਾਜ਼ ਚੱਲਿਆ ਹੋਇਆ ਕਿ ਸੱਚਖੰਡ ਜਿਹੜਾ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਜਿੱਥੇ ਗੁਰਦੁਆਰਾ ਸਾਹਿਬਾਨ ਦੇ ਅੰਦਰ ਇੱਕ ਸਥਾਨ ਬਣਾਉਣੇ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਨ ਵਾਸਤੇ, ਉਸ ਨੂੰ ਸਾਡੇ ਸਮਾਜ ਦੇ ਲੋਕ ਜਿਹੜੇ ਹੈ ਉਹ ਸੱਚਖੰਡ ਕਹਿੰਦੇ ਹੈ। ਦੂਜਾ, ਇਸ ਸੰਸਾਰ ਦੇ ਵਿੱਚ ਜਿੰਨੇ ਵੀ ਸਾਡੇ ਤਖਤ ਸਾਹਿਬਾਨ ਹੈ, ਉਹਨਾਂ ਤਖਤਾਂ ਨੂੰ ਵੀ ਸੱਚਖੰਡ ਦਾ ਦਰਜਾ ਦਿੱਤਾ ਗਿਆ ਔਰ ਸੱਚਖੰਡ ਕਿਹਾ ਜਾਂਦਾ ਹੈ। ਪਰ ਕੀ ਵਾਸਤਵ ਦੇ ਵਿੱਚ ਇਹ ਸੱਚਖੰਡ ਹੈ? ਨਹੀਂ, ਇਹ ਸੱਚਖੰਡ ਇੱਕ ਐਗਜ਼ੈਂਪਲ ਦੇ ਰੂਪ ਦੇ ਵਿੱਚ, ਇੱਕ ਉਦਾਹਰਨ ਦੇ ਰੂਪ ਦੇ ਵਿੱਚ ਇੱਥੇ ਇਸ ਦਾ ਨਾਮ ਬਣਾਇਆ ਗਿਆ। ਬਾਕੀ ਸੱਚਖੰਡ ਅਸਲ ਜੋ ਹੈ ਪਰਮਾਤਮਾ ਦਾ, ਉਹ ਬ੍ਰਹਿਮੰਡ ਜਿਹੜਾ ਸਾਡਾ ਹੈ ਨਾ, ਅੰਡਾਕਾਰ ਬ੍ਰਹਿਮੰਡ ਹੈ, ਇਸ ਤੋਂ ਵੀ ਉੱਪਰ ਇੱਕ ਸਥਾਨ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਨਾ, ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ, ਜੋ ਬ੍ਰਹਿਮੰਡੇ ਸੋਈ ਪਿੰਡੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ
ਸੋ ਪਾਵੈ। ਹੁਣ ਬ੍ਰਹਿਮੰਡ ਜਿਹੜਾ ਹੈ ਨਾ ਉਹ ਸਾਡੇ ਪਿੰਡ ਦੇ ਬਰਾਬਰ ਹੈ, ਯਾਨੀ ਜੋ ਬ੍ਰਹਿਮੰਡ ਦੇ ਵਿੱਚ ਵਸਤੂ ਹੈ ਉਹੀ ਸਾਡੇ ਇਸ ਸਰੀਰ ਦੇ ਵਿੱਚ ਪਿੰਡ ਦੇ ਵਿੱਚ ਵੀ ਹੈ। ਅਤੇ ਪਿੰਡ ਦੇ ਵਿੱਚ ਜਿਹੜਾ ਹੈ ਨਾ ਸੱਚਖੰਡ, ਇਹ ਸਾਡੀ ਰੂਹ ਦਾ, ਸਾਡੀ ਕਾਇਆ ਦਾ ਸੱਚਖੰਡ ਜਿਹੜਾ ਹੈ ਨਾ ਉਹ ਸਾਡੇ 10ਵੇਂ ਦੁਆਰ ਦੇ ਵਿੱਚ, ਇਹ ਤਾਲੂਏ ਦੇ ਥੱਲੇ ਸੁਖਮਨ ਨਾੜ ਦੇ ਵਿੱਚ ਜਿਹੜਾ ਹੈ ਉਹ ਗਿਣਿਆ ਜਾਂਦਾ ਹੈ। ਇਸ ਨੂੰ ਨਿੱਜ ਘਰ ਕਿਹਾ ਜਾਂਦਾ, ਸੱਚਖੰਡ ਵੀ ਕਿਹਾ ਜਾਂਦਾ ਹੈ। ਔਰ ਪ੍ਰਮਾਤਮਾ ਜਦੋਂ ਸਾਡੀ ਰੂਹ ਪਰਮਾਤਮਾ ਤੋਂ ਵਿਸਾਰਾ ਕਰਕੇ ਮਾਇਆ ਦੇ ਖੇਲਾਂ ਦੇ ਵਿੱਚ ਖੇਲਣੀ ਸ਼ੁਰੂ ਕਰ ਦਿੰਦੀ ਹੈ, ਉਦੋਂ ਇਹ ਪਰਮਪਿਤਾ ਪਰਮਾਤਮਾ ਸਾਡਾ ਹਿਰਦੇ 'ਚੋਂ ਨਿਕਲ ਕੇ ਸੁਖਮਨ ਨਾੜ ਦੇ ਵਿੱਚ ਪਹੁੰਚ ਕੇ ਵਜਰ ਕਪਾਟ ਬੰਦ ਕਰਕੇ ਉੱਥੇ ਗੁਪਤ ਰੂਪ ਦੇ ਵਿੱਚ ਆਪਣਾ ਆਸਣ ਲਗਾ ਲੈਂਦਾ ਹੈ। ਤੋ ਇਹ ਪਰਮਾਤਮਾ ਉਦੋਂ ਸੱਚਖੰਡ ਦੇ ਵਿੱਚ ਵਾਸਾ ਕਰਦਾ ਹੈ ਜਦੋਂ ਸਾਡੀ ਰੂਹ ਜਿਹੜੀ ਹੈ ਮਾਇਆ ਦੇ ਵਿੱਚ ਲਿਪਤ ਹੁੰਦੀ ਹੈ। ਅਤੇ ਸਾਡੀ ਰੂਹ ਦਾ ਤਾਂ ਮਤਲਬ ਅਨੇਕ ਲੋਕ ਇਹ ਕਹਿ ਦਿੰਦੇ ਹੈ ਕਿ ਇਹ ਜਿਹੜਾ ਹੈ ਨਾ ਸੱਚਖੰਡ ਕਿਤੇ ਹੋਰ ਨਹੀਂ ਹੈ, ਸਾਡੇ 10ਵੇਂ ਦੁਆਰ ਦੇ ਵਿੱਚ ਹੀ ਸੱਚਖੰਡ ਹੈ। ਠੀਕ ਹੈ, ਸਾਡੇ 10ਵੇਂ ਦੁਆਰ ਦੇ ਵਿੱਚ ਸੱਚਖੰਡ ਹੈ, ਪਰ ਇਹ ਸੱਚਖੰਡ ਤਾਂ ਪਰਮਾਤਮਾ ਉਦੋਂ ਯੂਜ ਕਰਦਾ ਹੈ ਜਦੋਂ ਸਾਡੀ ਰੂਹ ਜਿਹੜੀ ਹੈ ਪਰਮਾਤਮਾ ਤੋਂ ਭਟਕ ਕੇ ਮਾਇਆ ਦੇ ਚੱਕਰ 'ਚ ਫਸੀ ਹੁੰਦੀ ਹੈ, ਔਰ ਪਰਮਾਤਮਾ ਅਤੇ ਆਤਮਾ ਦਾ ਕੋਈ ਮੇਲ ਹੀ ਨਹੀਂ ਰਹਿੰਦਾ। ਰੂਹ ਸਾਡੀ ਭਟਕਣ ਦੇ ਵਿੱਚ ਆ ਜਾਂਦੀ ਹੈ, 84 ਲੱਖ ਜੂਨੀਆਂ ਦੇ ਚੱਕਰਾਂ ਦੇ ਜਮਾਂ ਦੀ ਮਾਰ ਦੇ ਵਿੱਚ ਆ ਜਾਂਦੀ ਹੈ। ਪਰ ਪਰਮਾਤਮਾ, ਲੋਕ ਕਹਿੰਦੇ ਆ ਕਿ ਭਾਈ ਇਹ ਜਿਹੜਾ ਹੈ ਨਾ 10ਵਾਂ ਦੁਆਰ ਇਹੀ ਸੱਚਖੰਡ ਹੈ, ਹੋਰ ਕੋਈ ਸੱਚਖੰਡ ਕਿਤੇ ਨਹੀਂ ਹੈ। ਇਸ ਸੰਸਾਰ ਦੇ ਵਿੱਚ ਹੀ ਜਿਹੜਾ ਹੈ ਨਾ, ਜਿਹੜੇ ਸਾਡੇ ਰੂਹਾਂ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਇਹ ਸੱਚਖੰਡ ਹੈ 10ਵੇਂ ਦੁਆਰ ਦਾ। ਪਰ ਪਰਮਾਤਮਾ ਉਦੋਂ ਵਾਸਾ ਨਹੀਂ ਕਰਦਾ ਗਾ। ਸਾਡੀ ਰੂਹ ਜਿਹੜੀ ਹੈ ਜਦੋਂ ਪਰਮਪਿਤਾ ਪਰਮਾਤਮਾ ਦੀ ਸ਼ਰਨ ਪਾ ਕੇ ਸੱਚਖੰਡ ਨੂੰ ਪ੍ਰਾਪਤ ਹੁੰਦੀ ਹੈ, ਉਦੋਂ ਤਾਂ ਸਾਡੀ ਰੂਹ ਜਿਹੜੀ ਹੈ ਸੱਚਖੰਡ ਨਿੱਜ ਘਰ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਨੂੰ 10ਵਾਂ ਦੁਆਰ, 10ਵੇਂ ਦੁਆਰ 'ਚੋਂ ਨਿਕਲ ਕੇ ਸਤਿਗੁਰੂ ਦੀ ਕਿਰਪਾ ਨਾਲ ਸਾਡੇ ਹਿਰਦੇ ਦੇ ਵਿੱਚ ਆ ਕੇ ਵਾਸ ਕਰਦੀ ਹੈ। ਔਰ ਸਾਡੇ ਹਿਰਦੇ ਦੇ ਵਿੱਚ ਵਾਸ ਇਸ ਤਰ੍ਹਾਂ ਕਰਦੀ ਹੈ ਕਿ ਸਾਡੇ ਸਾਰੇ ਜੀਵਨ ਦਾ ਜਿਹੜਾ ਢਾਂਚਾ ਹੁੰਦਾ ਹੈ ਉਸ ਨੂੰ ਇਹ ਪਰਮਪਿਤਾ ਪਰਮਾਤਮਾ ਦੀ ਜੋਤ ਆਪ ਚਲਾਉਂਦੀ ਹੈ। ਤੋ ਸਾਧ ਸੰਗਤ ਜੀ, ਅਨੇਕਾਂ ਲੋਕ ਜਿਹੜੇ ਹੈ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਕਿ ਇਹ ਸੰਸਾਰ ਦੇ ਵਿੱਚ ਹੀ ਕਿਣਕੇ ਕਿਣਕੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਇਹੀ ਸੱਚਖੰਡ ਹੈ। ਸਾਧ ਸੰਗਤ ਜੀ, ਅਮੂਮਨ ਸਾਡੀਆਂ ਰੂਹਾਂ ਦੇ ਵਿੱਚ ਜਿਹੜਾ ਪਰਮਪਿਤਾ ਪਰਮਾਤਮਾ ਵਾਸ ਕਰਦਾ ਹੈ ਨਾ, ਉਹ ਅਸਲ ਪਰਮਾਤਮਾ ਨਾ ਹੋ ਕੇ ਉਸ ਦਾ ਤੇਜ ਹੈ, ਯਾਨੀ ਜਿਸ ਨੂੰ ਅਸੀਂ ਆਤਮ ਰਾਮ ਕਹਿੰਦੇ ਹਾਂ। ਆਤਮ ਰਾਮ ਦਾ ਵਾਸਾ ਸਾਡੇ ਹਿਰਦਿਆਂ ਦੇ ਵਿੱਚ ਜਾਂ ਸਾਡੇ 10ਵੇਂ ਦੁਆਰ ਦੇ ਵਿੱਚ ਹੁੰਦਾ ਹੈ। ਅਸਲ ਪਰਮਪਿਤਾ ਪਰਮਾਤਮਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਜਿਹੜਾ ਸਭ ਤੋਂ ਪਹਿਲਾਂ 36 ਯੁੱਗ ਆਪਣਾ ਨਾਮ ਤਾੜੀ ਲਗਾ ਕੇ ਸਮਾਧੀ ਦੇ ਵਿੱਚ ਬੈਠਾ ਹੋਇਆ ਆਪਣਾ ਆਪ ਸਿਮਰਦਾ ਰਿਹਾ ਸੀ, ਉਹ ਪਰਮਪਿਤਾ ਪਰਮਾਤਮਾ ਇੱਕ ਉਸ ਦਾ ਇੱਕ ਅਲੱਗ ਦੇਸ਼ ਹੈ ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਹਾਂ। ਉੱਥੇ ਉਹ ਧਰਤੀ ਵੀ ਹੈ, ਉੱਥੇ ਖੰਡ ਵੀ ਹੈ, ਮੰਡਲ ਬ੍ਰਹਿਮੰਡ ਸਾਰਾ ਕੁਝ, ਤਾਰਾ ਮੰਡਲ ਔਰ ਬ੍ਰਹਿਮੰਡ ਮਤਲਬ ਹਵਾ ਦਾ ਜਿਹੜਾ ਹੈ ਪਸਾਰਾ ਵੀ ਹੈ, ਔਰ ਸਾਰਾ ਸਾਡੀ ਧਰਤੀ ਵਰਗਾ ਹੀ ਉਹ ਵਾਤਾਵਰਨ ਹੈ। ਸਾਧ ਸੰਗਤ ਜੀ, ਇਹ ਗੁਰੂ ਸਾਹਿਬ ਨੇ ਇਹ ਧਿਆਨ ਕੀਤਾ ਹੋਇਆ, ਵੇਖਿਆ ਹੋਇਆ, ਅਤੇ ਇਹੀ ਗੁਰੂ ਸਾਹਿਬ ਨੇ ਸਾਨੂੰ ਫਿਰ ਸੱਚਖੰਡ ਵਸੇ ਨਿਰੰਕਾਰ ਵਾਲੀ ਪੌੜੀ ਦੇ ਵਿੱਚ ਦੱਸਿਆ। ਔਰ ਗੁਰੂ ਸਾਹਿਬ ਕਹਿੰਦੇ ਆ, ਭਾਈ ਤਿੱਥੇ ਖੰਡ ਮਲਬ ਰਪੰਡ ਜੇ ਕੋ ਕਥਾ ਤਾਂ ਅੰਤਰਾ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇਂ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ। ਇਹਨਾਂ ਰੂਹਾਂ ਨੂੰ ਹੁਕਮ ਕਰਕੇ ਉਹ ਪਰਮਪਿਤਾ ਪਰਮਾਤਮਾ ਜਿਹੜਾ ਵੇਖਦਾ ਹੈ, ਵਿਗਸਦਾ ਹੈ, ਖੁਸ਼ ਹੁੰਦਾ ਹੈ। ਵੇਖੈ ਵਿਕਸੈ ਕਰ ਵਿਚਾਰ, ਵਿਚਾਰ ਕਰਕੇ ਇਹਨਾਂ ਦੇ ਮਤਲਬ ਇਹਨਾਂ ਦੇ ਕਰਮਾਂ ਦੇ ਉੱਤੇ, ਇਹਨਾਂ ਦੇ ਭਾਗਾਂ ਦੇ ਉੱਤੇ ਜੋ ਇਹਨਾਂ ਨੂੰ ਬਖਸ਼ਿਸ਼ ਦੇਣੀ ਹੁੰਦੀ ਹੈ, ਭਾਵ ਕਵਲਿਆ ਮੋਕਸ਼ ਦੇਣੀ ਹੁੰਦੀ ਹੈ, ਆਵਾਗਮਨ ਤੋਂ ਰਹਿਤ ਕਰਨਾ ਹੁੰਦਾ ਹੈ, ਔਰ ਜਿਸ ਤਰ੍ਹਾਂ ਵੀ ਇਹਨਾਂ ਦਾ ਹੁਕਮ ਹੁੰਦਾ ਉਹ ਪਰਮਪਿਤਾ ਪਰਮਾਤਮਾ ਕਰ ਕਰਕੇ ਵੇਖਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਪਰਮਪਿਤਾ ਪਰਮਾਤਮਾ ਜਿਹੜਾ ਹੈ ਨਾ, ਸੰਸਾਰ ਦੇ ਵਿੱਚ ਜਿਹੜਾ ਪਰਮਪਿਤਾ ਪਰਮਾਤਮਾ ਬਿਰਾਜਮਾਨ ਹੈ, ਉਹ ਪਰਮਾਤਮਾ ਦਾ ਅਕਸ ਤੇਜ, ਮਤਲਬ ਜਿਹਨੂੰ ਆਤਮ ਰਾਮ ਅਸੀਂ ਕਹਿੰਦੇ ਹਾਂ, ਉਹ ਕਣ ਕਣ ਦੇ ਵਿੱਚ, ਹਰ ਜੀਵ ਦੇ ਵਿੱਚ, ਹਰ ਪੱਤੇ ਦੇ ਵਿੱਚ, ਹਰ ਪੱਥਰ ਦੇ ਵਿੱਚ
हर पहाड़ दे विच, हर जल दे विच, धरती दे विच, वो हर चीज़ दे विच समाया होया है। जिस तरह असी मोबाइल की एक वीडियो एक ओरीजनल थां ते लोड करते हैं, पर उस दे मोबाइल दे असी होर फोल्डर बना के उसनूं 5 थावां ते देख सकते हैं, पर हुंदी वो एक वीडियो ओरीजिनल ही है, दूजियां तो उस दियां कॉपी हुंदियां है। यही मतलब परमात्मा का खेल है कि ओरीजिनल परमात्मा जिहड़ा है वो सचखंड दे विच वास करता है, और आत्म राम जिहड़ा है वो साडे संसार दे विच खेलदा है। आप ही उसे दा अंश ही साडियां अखां द्वारा वो परमपिता परमात्मा जिहड़ा है अपने संसार नूं, अपने खेल नूं खेलदा है और खेल के देखदा भी है, और जो कर्म भुगत्या जाता है वो भी भुगतदा है। ये परमपिता परमात्मा का सचखंड का वास है भाई। साध संगत जी, एक विचार आउंदा है कि ਜਿਹੜੇ लोग ये ਕਹਿੰਦੇ है कि साडे 10वें द्वार ਦੇ ਵਿੱਚ परमपिता परमात्मा का सचखंड है, ਇੱਥੇ ही परमात्मा वसदा, होर कोई संसार ਦੇ ਵਿੱਚ सचखंड नहीं है। तो एक गल मैं इन्हां विचारकां नूं, इन्हां कथावाचकां नूं या सुबुद्ध लोकां नूं, ਜਿਹੜੇ अपने आप नूं सुबुद्ध ਕਹਿੰਦੇ ਅਸੀਂ ਗਿਆਨੀ ਆ, ਗਿਆਨਵੰਤ हाँ, ਇਹ ਦੱਸੋ ਕਿ ਜੇ ਸਾਡੇ ਕਣ-ਕਣ ਦੇ ਵਿੱਚ परमपिता परमात्मा ਦਾ ਵਾਸਾ है सारे संसार ਦੇ ਵਿੱਚ, ठीक है, असीं मन लिया परमपिता परमात्मा तुसीं कहंदे हो तो परमपिता परमात्मा का वासा है सचखंड इत्थे ही है, यही सचखंड है। साढ़े 10वें द्वार का जिहड़ा है निज घर जिहड़ा है सचखंड जिहड़ा है, यही असल सचखंड है। पर एक गल मैं इन्हां नूं पुछना चाहुंदा है कि जदों ये मनुखता दी सारी जिहड़ी पैदाइश है वो जदों परमात्मा परलों लिआउंदा है, वो बिनस जाती है, तो उदों ये जिहड़ा सचखंड जिहड़ा है जिथे फिर परमात्मा तुसीं कहंदे हो भी इत्थे रहिंदा है, तो फिर ये सचखंड कित्थे जांदा ते परमात्मा कित्थे जांदा? गुरु साहब समझाउंदे आ सानूं, पवन में पवन समाया। इस शब्द दे विच गुरु साहब समाउंदे है कि पवन दे विच पवन समा जांदी है, जल दे विच जल समा जांदा है, अग्नि दे विच अग्नि समा जांदी है, और जोत दे विच जोत समा जांदी है। पर ये साडियां रूहां जिहड़ियां है ना, ये जोत स्वरूप है, और उस जिहड़ा असल परमपिता परमात्मा है ना, सृष्टि का करता है, जिहड़ा 36 युग जिहड़ा ताड़ी ला के एक कुआओ दे विच सारे संसार का पसारा कीता, वो परमपिता परमात्मा की जोत दे विच जाके समाहित हो जाती है। संसार सारा बिनस गया तो फिर परमात्मा कित्थे जांदा है? परमात्मा का सचखंड कित्थे जांदा है? फिर तो यदा मतलब परमात्मा भी विच बिनस गया नहीं, वो परमात्मा उस जिहड़ा सचखंड दे असल वास दे विच रहिंदा है, उस दी शक्ति द्वारा ही ये सारी सृष्टि, सारी परलो जिहड़ी है एक व्यापत हुंदी है, और सारियां रूहां जिहड़ियां सारे निज घर तुसीं जे कहो साडे 10वें द्वार दे तालू वाले थल्ले जिहड़े हुंदे आ, ये सारे खत्म हो जांदे। पर गुरु साहब एक सानूं भेद दसदे आ। हुण जदों विचार करिए तो उदों इन्हां विचारां दे उत्ते, इन्हां गल्लां दे उत्ते टोक लग जांदी है, रोक लग जांदी है। गुरु साहब की कहंदे आ, जब उत्कर्ख करा करतारा, प्रजा धरत तब दे अपारा, जब आकर्ख करत हो कभूँ, तुम मैं मिलत दे तर सबूँ, जेते बदन श्रेष्ठ। तो मतलब इस तरह दे नाल गुरु साहब, गुरु गोबिंद सिंह जी ने सानूं ये समझाया है कि जदों उत्पत्ति हुंदी है उदों परमात्मा अपनी जोत चों ये रूहां पैदा करके, जोतां पैदा करके ये साडे रूहां दे विच, साडे शरीरां काया दे विच मतलब विराजमान करके मातलोक दे विच खेल खेलण वास्ते भेजदा है। और जदों आकर्ख करत हो कमूं, जदों आकर्षण भाव खिंचदा है इन्हां सारियां रूहां नूं, सारे संसार की सृष्टि नूं, कुदरत नूं खिंच लैंदा है, परलो कर दिंदा है, तो वह परमपिता परमात्मा ये सारियां रूहां उस परमपिता परमात्मा दे विच जाके अभेद हो जांदियां। उस असल जोत स्वरूप परमपिता परमात्मा जिहड़ा सचखंड दे विच वसदा है, उहदे विच मिलन हो जांदियां। ये अवस्था गुरु गोबिंद सिंह जी ने सानूं समझाई हुई है, पर असीं अपणियां अपणियां विचारां दे मुताबक अपने विचार करते हैं, और अपने विचार नाल जिवें सानूं समझ आउंदी आ उवें जिकर असीं बोली जाने हैं। आप अपनी बुद्ध है जेती, बरनत भिन्न भिन्न तोहे तेती। दूजे पासे साध संगत जी, असी संसार दे लोकां ने ये समझ रखिया है
कि सचखंड दे विच सारियां ही रूहां जिहड़ियां है वो पहुँच जांदियां। असीं साडे विचारकां ने, साडे ग्रंथी साहिबान ने, साडे जिहड़ा सदबुद्धि वर्ग खवाउंदा है, अखौती है भावें ਉਹ ਪਖੰਡੀ भी हो सकता, मैं कहदा पखंडी भी है, सच रूप ਦੇ ਵਿੱਚ परमात्मा ਦਾ ਭੇਦ नहीं जानता, गुरबाणी ਦਾ ਭੇਦ नहीं जानता, गुरु ਦੀ ਗੱਲ ਨੂੰ नहीं जानता, पर अपनी मर्जी के मुताबिक अपना जिहड़ा है वेरवा जिहड़ा है अपना विचार जिहड़ा है वो लोगों के उत्ते थोपण की कोशिश करता है। तो साध संगत जी असीं गुरुद्वारियां दे विच जिथे सुखासन करते हैं उहनूं भी असीं सचखंड कहना शुरू कर दिता। साडे महान सत्कारयोग पूजनयोग तख्त साहिबान जिहड़े है उन्हां नूं भी असीं सचखंड कहना शुरू कर दिता। और फिर संसार दियां सारियां रूहां दे 10वें द्वार नूं निज घर नूं भी असीं सचखंड कहना शुरू कर दिता। और सारी सृष्टि दे विच परमात्मा दा वासा है जी, ये भी सचखंड है जी, धरती ही सचखंड है, संसार ही सचखंड है, ये भी असीं कहना शुरू कर। असीं अपनी मुद्द के मुताबिक अपने आप मतलब है भी एक विचारधारा बना रखी है और हर किसी नूं अपने अपने विचार नूं लोकां दे उत्ते थोपी जाने हैं। कि साध संगत जी एक विचार होर, जदों किते ये रूह दा अंत हुंदा है ते असीं अंतली अरदास करन वेले जदों इकत्तर हुंदे आ साहिब श्री गुरु ग्रंथ साहिब दी हजूरी दे विच, ते असीं परम पिता परमात्मा नूं बेनती करदे हां, सच्चे पातशाह किरपा करो विछड़ी होई रूह नूं अपने चरनां विच वासा निवास देना, सच्चे पातशाह किरपा करो। कि साध संगत जी असीं जिहड़ी बेनती करते हैं कि सानूं आए नहीं लगता कि असीं गुरु साहिब की गल नूं समझते ही नहीं। गुरु साहिब ने यह विध बनाई हुई है कि जो माया के खेल दे विच खेलेगा उन्होंने 84 लाख जूनियां का भोग लगेगा और जमा की मार पएगी, नरक दे विच वासा करना पएगा, जूनियां बार बार जूनियां का खेल खेलना पएगा, जमना पएगा, मरना पएगा। और परमात्मा की आग्याकारी रूह जिहड़ी है, गुरमुख रूह जिहड़ी है, खालस रूह जिहड़ी है, सिख रूह जग्यासू जिहड़ी है, जिहड़ा सिख सिखना चाहुंदा है, जग्यासू है, उस दी रूह जदों परमात्मा की शरण होकर श्री गुरु ग्रंथ साहिब की हजूरी दे विच, क्योंकि परमपिता परमात्मा का स्वरूप है साहिब श्री गुरु ग्रंथ साहिब जी, इस दे विच परमात्मा की जोत विराजमान है। और यदी हजूरी दे विच जदों असीं पंज प्यारिਆਂ तो, क्योंकि पंज प्यारे भी परमपिता परमात्मा की बोली ही बोलते हैं, क्रिया परमात्मा की करते हैं, और साहिब श्री गुरु ग्रंथ साहिब परमात्मा की हजूरी दा एक ये कह लो कि एक भंडारा है, एक खजाना है जिहदे विच परमात्मा हाजिर है। गुरु कह लो, ग्रंथ कह लो, भंडारा कह लो, खजाना कह लो, नौ निधां दा खजाना कह लो, अमृत नाम का खजाना कह लो, ये साहिब श्री गुरु ग्रंथ साहिब दे जदों असीं पंज प्यारिਆਂ तो अमृत छकते हैं ना, तो उदों असीं नाम सिमरन करते हुए पंज प्यारिਆਂ तो जो बख्शिश प्राप्त होंदी है, उस नाम सिमरन के सदका असीं धर्मखंड, ज्ञानखंड, सरमखंड, कर्मखंड, और कर्मखंड दे विच जदों असीं पहुँचते हैं सानूं परम पिता परमात्मा वल्लों असीं परम प्यारे हो जाने हैं परमात्मा दे, और परमात्मा सानूं खुश होकर साडे मस्तक दे उत्ते एक बैज लगा दिंदा है, एक निशानी लगा दिंदा है, जिहदे विच सानूं मतलब सचखंड दे द्वारे दे उत्ते परमात्मा दे महल दे विच अंदर दाखल होण दे विच कोई दिक्कत नहीं आउंदी, कोई सानूं रोक टोक नहीं कर सकदा। सगों देवते जिहड़े आ साडी रूह दा, गुरमुख रूह दा, ब्रह्म ज्ञानी रूह दा सत्कार करदे होए परम पिता परमात्मा दे महल दे विच सानूं दाखल करते हैं और सानूं परम पिता परमात्मा के दर्शदारे हुंदे है। ये है सचखंड दा भाई। असल दे विच परमात्मा दा सचखंड जिहड़ा है ना, जिवें ब्रह्मंड, जिवें साडा शरीर है ना, धौण तो उपरला हिस्सा जिहड़ा है, अखां तो उपरला जिहड़ा हिस्सा है, ये जिहड़ा है 10वां द्वार है, जिन्हों असीं सचखंड भी कहने आ। ते ये सचखंड जिहड़ा है ਇਹਦੇ ਵਿੱਚ असल परमपिता परमात्मा का वासा ना हो के उसका तेज जिहड़ा ਉਹਦਾ अक्स जिहड़ा है, जिवें शीशे ਦੇ ਵਿੱਚ ਸਾਡਾ अक्स ਪੈਂਦਾ है, इवें जिकर परमात्मा का अक्स संसार के जीवां ਦੇ ਉੱਤੇ ਪੈਂਦਾ है।
ਧਰਤੀ ਦੇ ਉੱਤੇ ਪੈਂਦਾ ਹੈ, ਪਸ਼ੂ ਪਕਸ਼ੀਆਂ ਦੇ ਪੈਂਦਾ, ਸਾਰੇ ਜੀਵਾਂ ਦੇ ਉੱਤੇ ਪੈਂਦਾ, ਮਨੁੱਖਾਂ ਦੇ ਉੱਤੇ ਪੈਂਦਾ ਹੈ। ਔਰ ਇਹ ਆਤਮ ਰਾਮ ਕਹਾਉਂਦਾ ਹੈ। ਆਤਮ ਰਾਮ ਜਿਹੜਾ ਸਾਡੇ ਪਰਮਾਤਮਾ ਦਾ ਅਕਸ, ਪਰਮਾਤਮਾ ਦਾ ਬਲ ਹੁੰਦਾ ਹੈ, ਉਹ ਪਰਮਾਤਮਾ ਦੀ ਸ਼ਕਤੀ ਹੁੰਦੀ ਹੈ ਜਿਹੜੀ ਕਿ ਸਾਡੇ ਸਾਰੇ ਸੰਸਾਰ ਦੇ ਕਰਮ ਕਰਦੀ ਹੈ। ਗੁਰਮੁਖ ਪਿਆਰਿਆਂ ਨੂੰ ਹਿਰਦੇ ਦੇ ਵਿੱਚ ਬੈਠ ਕੇ 10ਵੇਂ ਦੁਆਰ 'ਚੋਂ ਨਿਕਲ ਕੇ ਉਹਨਾਂ ਚਿਰ ਹੀ 10ਵੇਂ ਦੁਆਰ 'ਚ ਰਹਿੰਦੀ ਹੈ ਜਿੰਨਾ ਚਿਰ ਸਾਡਾ ਰੂਹ ਜਿਹੜੀ ਹੈ ਮਾਇਆ ਦੇ ਚੱਕਰ ਦੇ ਵਿੱਚ ਖੇਲ ਖੇਲਦੀ ਹੈ। ਔਰ ਜਦੋਂ ਇਹ ਮਾਇਆ ਦੇ ਚੱਕਰ 'ਚੋਂ ਹਟ ਕੇ ਪਰਮਾਤਮਾ ਦਾ ਨਾਮ ਅੰਮ੍ਰਿਤ ਪ੍ਰਾਪਤ ਕਰਕੇ 5 ਪਿਆਰਿਆਂ ਕੋਲੋਂ ਨਾਮ ਸਿਮਰਨ ਕਰਦੀ ਹੋਈ ਸਤਿਗੁਰੂ ਦੀ ਕਿਰਪਾ ਨਾਲ ਇਹ ਨਾਮ ਸਿਮਰਨ ਕਰਦੀ ਹੈ, ਅਤੇ ਫਿਰ ਇਹ ਨਾਮ ਸਿਮਰਨ ਦੇ ਬਲ ਨਾਲ ਸਾਡੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਆ ਉਹ ਨਸ਼ਟ ਹੋ ਜਾਂਦੇ ਆ। ਸਾਨੂੰ ਧਰਮ, ਦਇਆ, ਸੰਤੋਖ, ਸੱਚ ਔਰ ਧੀਰਜ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਸਾਨੂੰ ਪਰਮ ਪਿਤਾ ਪਰਮਾਤਮਾ ਦੀ ਵੀ ਕਿਰਪਾ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਔਰ ਇਹ ਫਿਰ ਇਹ ਰੂਹ ਸਾਡੀ ਜਿਹੜੀ ਹੈ ਨਾ, ਪਰਮਾਤਮਾ ਜਿਹੜਾ ਹੈ ਇਹ 10ਵੇਂ ਦੁਆਰ 'ਚੋਂ ਨਿਕਲ ਕੇ ਸਾਡੇ ਹਿਰਦੇ ਦੇ ਵਿੱਚ ਆ ਕੇ ਬਿਰਾਜਮਾਨ ਹੋ ਜਾਂਦਾ। ਔਰ ਇੱਥੇ ਇਹ ਰੂਹ ਔਰ ਪਰਮ ਪਿਤਾ ਪਰਮਾਤਮਾ ਦੋਨੋਂ ਇੱਕ ਹੀ ਸੇਜ ਦੇ ਉੱਤੇ ਬਿਰਾਜਮਾਨ ਹੁੰਦੇ ਆ। ਔਰ ਪਰਮਾਤਮਾ ਜਿਹੜਾ ਫਿਰ ਸਾਡੇ ਕਾਰਜ ਜਿਹੜੇ ਆ ਸੰਸਾਰ ਦੇ ਵਿੱਚ ਜੋ ਵੀ ਕਰਨੇ ਹੁੰਦੇ ਆ, ਅਸੀਂ ਗੁਰੂ ਦੀ ਮੱਤ ਦੁਆਰਾ ਮਤਲਬ ਉਹ ਕਾਰਜ ਕਰਦੇ ਆ। ਗੁਰੂ ਤੋਂ ਮੱਤ ਲੈ ਕੇ, ਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ, ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਸਾਡੀ ਰੂਹ ਫਿਰ ਜਿਹੜੀ ਕੁਛ ਨਹੀਂ ਕਰਦੀ, ਜੋ ਪਰਮਾਤਮਾ ਹੁਕਮ ਕਰਦਾ, ਜੋ ਪਰਮਾਤਮਾ ਦੀ ਰਜ਼ਾ ਹੁੰਦੀ ਹੈ, ਸਾਡੀ ਰੂਹ ਉਸੇ ਨੂੰ ਮੰਨਦੀ ਹੈ। ਇਹ ਹੈ ਭਾਈ ਸੱਚਖੰਡ। ਅਸਲ ਦੇ ਵਿੱਚ ਜਦੋਂ ਫਿਰ ਇਹ ਜਿਹੜਾ ਨਾ ਅੱਖਾਂ ਤੋਂ ਉੱਪਰਲਾ, ਅੱਖਾਂ ਤੋਂ 9 ਦਰਵਾਜ਼ੇ ਜਿਹੜੇ ਹੈ ਮਾਇਆ ਦਾ ਖੇਲ ਹੈ ਸਾਰਾ। ਜਦੋਂ ਅਸੀਂ ਇਹਨਾਂ 9 ਦਰਵਾਜ਼ਿਆਂ ਨੂੰ ਬੰਦ ਕਰ ਦਿੰਦੇ ਹਾਂ, ਇਹਨਾਂ ਦੇ ਵਿੱਚ ਖੇਲਣਾ ਬੰਦ ਕਰ ਦਿੰਦੇ ਹਾਂ, ਮਾਇਆ ਦੇ ਖੇਲ 'ਚ ਬੰਦ ਕਰ ਦਿੰਦੇ ਹਾਂ ਅਸੀਂ ਮਾਇਆ ਦੇ ਖੇਲ ਨੂੰ ਖੇਲਣਾ, ਅਤੇ ਫਿਰ ਹਿਰਦੇ ਦਾ ਜਿਹੜਾ ਜਾਪ ਹੁੰਦਾ ਹੈ ਨਾ ਉਹ 10ਵੇਂ ਦੁਆਰ ਤੱਕ ਪਹੁੰਚਦਾ ਹੈ। ਗਾਵੀਆ ਸੁਣੀਆਂ ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ ਵਾਹਿਗੁਰੂ ਦਾ, ਵਾਹਿਗੁਰੂ ਸਾਡੇ ਕੰਨਾਂ ਦੁਆਰਾ ਸੁਣਿਆ ਜਾਂਦਾ। ਔਰ ਕੰਨਾਂ ਤੋਂ ਅੰਦਰ ਜਾ ਕੇ ਸਾਡੀ ਜਿਹੜੀ ਧੁਨੀ ਹੈ, ਧੁਨੀ ਦੇ ਉੱਤੇ ਟਕਰਾ ਮਾਰਦਾ, ਔਰ ਧੁਨੀ ਤੋਂ ਵਾਪਸ ਹੋ ਕੇ ਸਾਡਾ ਇਹ 10ਵੇਂ ਦੁਆਰ ਦੇ ਵਿੱਚ ਜਿਹੜਾ ਪਰਮ ਪਿਤਾ ਪਰਮਾਤਮਾ ਦੇ ਕੋਲ ਸਾਡਾ ਵਾਹਿਗੁਰੂ ਦਾ ਨਾਮ ਸਿਮਰਨ ਕੀਤਾ ਹੋਇਆ ਪਹੁੰਚਦਾ ਹੈ ਨਾ, ਉਦੋਂ ਪਰਮ ਪਿਤਾ ਪਰਮਾਤਮਾ ਸਾਡੀ ਰੂਹ 'ਤੇ ਖੁਸ਼ ਹੋ ਕੇ ਫਿਰ ਇਹ ਬਜਰ ਕਪਾਟ ਜਿਹੜੇ ਆ ਬੰਦ ਕੀਤੇ ਹੋਏ ਸੀ, ਇਹਨਾਂ ਨੂੰ ਖੋਲ੍ਹ ਕੇ ਸਤਿਗੁਰੂ ਦੀ ਕਿਰਪਾ ਨਾਲ ਇਹ ਸਾਡੇ ਹਿਰਦੇ ਦੇ ਵਿੱਚ ਆ ਕੇ ਬਿਰਾਜਮਾਨ ਹੋ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਦੇ ਵਿੱਚ ਵੀ ਜਿਹੜਾ ਨਾ ਜੋ ਬ੍ਰਹਿਮੰਡ ਅਸੀਂ ਦੇਖ ਰਹੇ ਹਾਂ, ਸੰਸਾਰ ਦਾ ਬ੍ਰਹਿਮੰਡ ਚੰਦ ਸੂਰਜ ਤੋਂ ਬਹੁਤ ਉੱਪਰ, ਪਤਾ ਨਹੀਂ ਕਿੰਨੀਆਂ ਪਰਤਾਂ ਉੱਪਰ ਹੈ, ਕਿੰਨੇ ਆਕਾਸ਼ ਹੈ, ਕੋਈ ਪਤਾ ਨਹੀਂ ਹੈ, ਕੋਈ ਗਿਣਤੀ ਨਹੀਂ ਹੈ। ਉਸ ਤੋਂ ਉੱਪਰ ਇੱਕ ਇਸ ਤਰ੍ਹਾਂ ਦੀ ਅਵਸਥਾ ਹੈ ਜਿਵੇਂ ਸਾਡੇ ਇਹ 10ਵੇਂ ਦੁਆਰ ਅੱਖਾਂ ਦਾ ਮਤਲਬ ਅਤੇ ਖੋਪੜੀ ਦਾ ਸਾਡੀ ਦਾ ਜੋੜ ਲਿੰਕ ਹੈ, ਇੱਕ ਲਿੰਕ ਹੈ ਖੋਪੜੀ ਦਾ ਔਰ ਸਾਡੇ ਥੱਲੇ ਵਾਲੇ ਸਰੀਰ ਦਾ, ਅੱਖਾਂ ਤੋਂ ਥੱਲੇ ਦਾ। ਇਸ ਤਰ੍ਹਾਂ ਹੀ ਬ੍ਰਹਿਮੰਡ ਜਿਹੜਾ ਹੈ, ਮਤਲਬ ਜਿਹੜਾ 10ਵਾਂ ਦੁਆਰ ਹੈ ਉਹ ਬ੍ਰਹਿਮੰਡ, ਇਹ ਸ੍ਰਿਸ਼ਟੀ ਮਾਇਆ ਦੇ ਬ੍ਰਹਿਮੰਡ ਤੋਂ ਬਾਹਰ ਹੈ, ਪਰ ਇਹਦਾ ਲਿੰਕ ਜ਼ਰੂਰ ਹੈ। ਇੱਕ ਐਸਾ ਸੁਰਾਖ ਜਿਹਨੂੰ ਅਸੀਂ ਹੋਲ ਕਹਿੰਦੇ ਹਾਂ, ਵਿਗਿਆਨਕਾਂ ਨੇ ਵੀ ਇੱਕ ਕਿਹਾ ਕਿ ਇੱਕ ਇਹੋ ਜਿਹਾ ਹੋਲ ਬ੍ਰਹਿਮੰਡ ਦੇ ਵਿੱਚ ਹੈ ਜਿਹਦਾ ਮਤਲਬ ਰਸਤਾ ਜਿਹੜਾ ਹੈ ਉਹ ਉੱਪਰ ਨੂੰ ਜਾਂਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਉਹ ਬ੍ਰਹਿਮੰਡ ਦਾ ਖੋਲ ਜਿਹੜਾ ਹੈ ਨਾ ਉਹ ਸੱਚਖੰਡ ਨਾਲ ਮਿਲਣ ਕਰਦਾ ਹੈ। ਔਰ ਸੱਚਖੰਡ ਦਾ ਜਿਹੜਾ ਵਾਸਾ ਹੈ ਪਰਮਾਤਮਾ ਦਾ, ਉਹ ਸੱਚਖੰਡ ਦੇ ਵਿੱਚ ਵਾਸਾ ਹੁੰਦਾ ਹੈ। ਔਰ ਉਸੇ ਨੂੰ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਕਹਿਣਾ ਬਹੁਤ ਔਖਾ ਹੈ ਕਿਉਂਕਿ ਹਰ ਬੰਦਾ ਉੱਥੇ ਪਹੁੰਚ ਨਹੀਂ ਸਕਦਾ। ਔਰ ਜਿੰਨੇ ਵੀ ਸੰਸਾਰ ਦੇ ਵਿੱਚ ਪਹੁੰਚਣ ਵਾਲੀਆਂ ਰੂਹਾਂ ਹੈ ਨਾ, ਉਹ ਗੁਰੂ ਸਾਹਿਬ ਕਹਿੰਦੇ ਆ ਕੋਟਣ ਮੇ ਕੋਊ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧੀ ਵਿਰਲੀ ਰੂਹ ਜਿਹੜੀ ਹੈ ਉਹ ਸੱਚਖੰਡ ਦੇ ਦੁਆਰੇ 'ਤੇ ਪਹੁੰਚਦੀ ਹੈ, ਪਰਮਾਤਮਾ ਦੇ ਦਰਸ਼ਦਾਰੇ ਕਰਦੀ ਹੈ। ਅਤੇ ਇਸ ਤਰ੍ਹਾਂ ਦੇ ਨਾਲ ਫਿਰ ਜੇ ਉਹ ਇੱਕ ਅੱਧੀ ਰੂਹ ਹੈਗੀ ਆ ਉਹ ਪਰਮਾਤਮਾ ਦਾ ਭੇਦ ਜਾਣਦੀ ਹੈ, ਬਾਕੀ ਸਾਰਾ ਸੰਸਾਰ ਤਾਂ ਪਰਮਾਤਮਾ ਦੇ ਭੇਦ ਤੋਂ ਦੂਰ ਹੈ, ਪਰਮਾਤਮਾ ਦਾ ਭੇਦ ਜਾਣਦਾ ਹੀ ਨਹੀਂ ਹੈ, ਪਰਮਾਤਮਾ ਨੂੰ ਸਮਝਦਾ ਹੀ ਨਹੀਂ ਹੈ। ਪਰਮਾਤਮਾ ਕੀ ਚੀਜ਼, ਬਹੁਤ ਲੋਕ ਤਾਂ ਇਹ ਕਹੀ ਜਾਂਦੇ ਕਿ ਪਰਮਾਤਮਾ ਹੈ ਹੀ ਨਹੀਂ ਹੈ। ਪਰਮਾਤਮਾ ਕਿੱਥੇ ਹੈ? ਪਰਮਾਤਮਾ ਹੀ ਨਹੀਂ ਹੈ। ਪਰਮਾਤਮਾ ਦਾ ਸੱਚਖੰਡ ਵੀ ਨਹੀਂ ਹੈ, ਕਿਤੇ ਵੀ ਨਹੀਂ ਹੈ। ਪਰਮਾਤਮਾ ਦਾ ਸੱਚਖੰਡ ਸਾਡਾ 10ਵਾਂ ਦੁਆਰ ਹੀ ਹੈ। ਪਰਮਾਤਮਾ ਦਾ ਸੱਚਖੰਡ ਸਾਡੀ ਸੰਸਾਰ ਦੀ ਪ੍ਰਿਥਵੀ ਹੈ। ਪਰਮਾਤਮਾ ਦਾ ਖੰਡ ਜਿਹੜਾ ਹੈ, ਸੱਚਖੰਡ ਜਿਹੜਾ ਹੈ, ਉਹ ਸਾਰੇ ਜੀਵ ਜਨਤਾ ਦੇ ਵਿੱਚ ਬਿਰਾਜਮਾਨ ਹੈ ਪਰਮਾਤਮਾ, ਔਰ ਉਹੀ ਸੱਚਖੰਡ ਹੈ। ਇਹ ਆਪਣੀ ਆਪਣੀ ਬੁੱਧ ਦੇ ਮੁਤਾਬਕ ਹਰ ਕੋਈ ਗੱਲ ਕਰ ਰਿਹਾ, ਪਰ ਵਾਸਤਵ ਦੇ ਵਿੱਚ ਅਸਲੀਅਤ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ
ਸੱਚਖੰਡ ਦੇ ਦਰਸਦਾਰੇ ਕੀਤੇ ਸੀ। ਔਰ ਉਹ ਸੱਚਖੰਡ ਦਾ ਵੇਰਵਾ ਜਿਹੜਾ ਜਪਜੀ ਸਾਹਿਬ ਦੇ ਅਖੀਰਲੀ ਪੌੜੀ ਜਿਹੜੀ ਹੈ ਸੱਚਖੰਡ ਵਾਲੀ, ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੈ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇਂ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਇਹ ਸੱਚਖੰਡ ਦੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਦੇਖਿਆ ਅਤੇ ਸਾਨੂੰ ਵੇਰਵਾ ਦੱਸਿਆ ਕਿ ਭਾਈ ਸੱਚਖੰਡ ਪਰਮਾਤਮਾ ਜਿਹੜਾ ਹੈ ਉੱਥੇ ਵਸਦਾ ਹੈ। ਔਰ ਵਾਸਤਵ ਦੇ ਵਿੱਚ ਇਹ ਹੈ ਕਿ ਜਿਹੜਾ ਬ੍ਰਹਿਮੰਡ ਤੋਂ ਉੱਪਰਲਾ ਇੱਕ ਹਿੱਸਾ ਹੋਰ ਹੈ ਜੋ ਇਹ ਬ੍ਰਹਿਮੰਡ ਦੇ ਨਾਲ ਜੁੜਿਆ ਜ਼ਰੂਰ ਹੈ ਪਰ ਬ੍ਰਹਿਮੰਡ ਤੋਂ ਅਲੱਗ ਹੈ, ਉੱਥੇ ਉਹ ਪਰਮਪਿਤਾ ਪਰਮਾਤਮਾ ਦਾ ਵਾਸਾ ਹੈ। ਔਰ ਵਾਸਤਵ ਦੇ ਵਿੱਚ ਪਰਮਾਤਮਾ ਜਿਹੜਾ ਜੋਤ ਸਰੂਪ ਹੈ, ਸ਼ਬਦ ਸਰੂਪ ਹੈ, ਜਿਹੜਾ ਸ਼ਬਦ ਸਰੂਪ ਹੈ ਉਹ ਪਰਮਪਿਤਾ ਪਰਮਾਤਮਾ। ਵੈਸੇ ਪਰਮਾਤਮਾ ਦਾ ਕੋਈ ਰੰਗ ਨਹੀਂ ਹੈ, ਕੋਈ ਰੇਖ ਨਹੀਂ ਹੈ, ਕੋਈ ਭੇਖ ਨਹੀਂ ਹੈ, ਉਹ ਜੰਮਦਾ ਨਹੀਂ, ਕਦੇ ਮਰਦਾ ਨਹੀਂ, ਅਵਿਨਾਸ਼ੀ ਹੈ, ਅਕਾਲ ਮੂਰਤ ਹੈ। ਕਾਲ ਤਾਂ ਉਹਦੇ 'ਤੇ ਕੋਈ ਜ਼ੋਰ ਨਹੀਂ ਹੈ, ਕਾਲ ਉਹਦੇ ਹੁਕਮ ਦੇ ਵਿੱਚ ਚੱਲਦਾ ਹੈ, ਮਹਾਕਾਲ ਆ ਉਹ, ਕਾਲ ਦਾ ਵੀ ਮਹਾਕਾਲ ਆ ਉਹ ਪਰਮਪਿਤਾ ਪਰਮਾਤਮਾ। ਉਸ ਦਾ ਵਾਸਾ ਜਿਹੜਾ ਹੈ ਉਹ ਕਿਤੇ ਵੀ ਹੈ, ਚਾਹੇ ਜਦੋਂ ਸ੍ਰਿਸ਼ਟੀ ਖਤਮ ਹੁੰਦੀ ਹੈ, ਸ੍ਰਿਸ਼ਟੀ ਦੇ ਪਰਲੋ ਆਉਂਦੀ ਹੈ, ਪਰ ਉਹ ਪਰਮਪਿਤਾ ਪਰਮਾਤਮਾ ਸਦਾ ਰਹਿਣ ਵਾਲਾ, ਸਦਾ ਸੱਚ ਹੈ, ਅਵਿਨਾਸ਼ੀ ਹੈ, ਉਹਦਾ ਨਾਸ਼ ਕਦੇ ਨਹੀਂ ਹੁੰਦਾ। ਫਿਰ ਜਿਹੜਾ ਉਹ ਅਵਿਨਾਸ਼ੀ ਹੈ, ਜਿੱਥੇ ਵੀ ਬੈਠਾ ਹੈ ਉਹੀ ਉਹਦਾ ਸੱਚਖੰਡ ਹੈ। ਇਹ ਸ੍ਰਿਸ਼ਟੀ ਖਤਮ ਹੋ ਸਕਦੀ ਹੈ, ਇਹ ਬ੍ਰਹਿਮੰਡ ਖਤਮ ਹੋ ਸਕਦਾ ਹੈ, ਇਹ ਧਰਤੀ ਖਤਮ ਹੋ ਸਕਦੀ ਹੈ, ਇਹ ਸਾਗਰ ਖਤਮ ਹੋ ਸਕਦੇ ਹੈ, ਇਹ ਜਿਹੜਾ ਸ੍ਰਿਸ਼ਟੀ ਦੇ ਵਿੱਚ ਜੋ ਵੀ ਕੁਦਰਤ ਹੈ, ਭੰਡਾਰੇ ਹੈ, ਖਾਨਾ ਹੈ, ਕੁਛ ਵੀ ਹੈ, ਉਹ ਸਾਰੇ ਦੇ ਸਾਰੇ ਖਤਮ ਹੋ ਸਕਦੇ ਹੈ। ਸਾਰੀ ਸ੍ਰਿਸ਼ਟੀ ਪਤਾਲ ਵੀ ਖਤਮ ਹੋ ਸਕਦਾ ਹੈ, ਪਰ ਜਿਹੜਾ ਜਿੱਥੇ ਪਰਮਪਿਤਾ ਪਰਮਾਤਮਾ ਦਾ ਵਾਸਾ ਹੈ ਉਹ ਦੇਸ਼ ਕਦੇ ਖਤਮ ਨਹੀਂ ਹੁੰਦਾ। ਉਹ ਇੱਕ ਅਲੱਗ ਖੰਡ ਹੈ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਹੈ ਤਾਂ ਅੰਤ ਨਾ ਅੰਤ ਜੇ ਕੋ ਕਥੈ ਤਾਂ ਅੰਤ ਨਾ ਅੰਤ। ਇਸ ਤਰ੍ਹਾਂ ਦੇ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੁਛ ਇਸ ਸੱਚਖੰਡ ਦਾ ਵੇਰਵਾ ਜਿਹੜਾ ਹੈ ਬਖਸ਼ਿਸ਼ ਕੀਤੀ ਹੈ। ਔਰ ਸਾਧ ਸੰਗਤ ਜੀ ਇੱਕ ਗੱਲ ਮੈਂ ਦੱਸਦਿਆਂ ਹੁਣ ਜਿਹੜੀ ਵਿਚਾਰ ਕਰਨਾ ਚਾਹੁੰਦੇ ਸੀ ਆਪਾਂ, ਉਹ ਪਿੱਛੇ ਇੱਕ ਵਾਰੀ ਵਿਚਾਰ ਕੀਤੀ ਕਿ ਸਾਰੀਆਂ ਰੂਹਾਂ ਕਦੇ ਵੀ ਪਰਮਪਿਤਾ ਪਰਮਾਤਮਾ ਦੇ ਸੱਚਖੰਡ ਦੇ ਦੁਆਰੇ ਦੇ ਉੱਤੇ ਨਹੀਂ ਪਹੁੰਚਦੀਆਂ। ਭਾਵੇਂ ਸਾਡੇ ਗ੍ਰੰਥੀ ਸਾਹਿਬਾਨ ਜਦੋਂ ਕਿਤੇ ਅੰਤਲੀ ਅਰਦਾਸ ਜਿਹੜੀ ਹੈ ਨਾ ਸਾਡੀਆਂ ਰੂਹਾਂ ਦੀ, ਸਾਡੇ ਗੁਰਮੁਖ ਪਿਆਰੇ, ਸਾਡੇ ਆਮ ਮਨੁੱਖ ਜੀਵ ਦੀ, ਜਿਹੜੇ ਗੁਰਮੁਖ ਪਿਆਰੇ ਉਹ ਤਾਂ ਪਰਮਾਤਮਾ ਨਾਲ ਜੁੜੇ ਹੁੰਦੇ ਜੀਂਦੇ ਜੀ, ਉਹਨਾਂ ਦੀ ਕੋਈ ਵੱਖਰੀ, ਉਹਨਾਂ ਦਾ ਰਸਤਾ ਹੀ ਵੱਖਰਾ ਹੈ। ਜਿਹੜੇ ਮਨਮੁਖ ਲੋਕ ਹੈ ਇਹ ਜਮਾਂ ਦੀ ਮਾਰ ਸਹਿੰਦੇ ਹੋਏ ਜਮਾਂ ਦੀ ਰਸਤੇ ਜਾਂਦੇ ਆ ਔਰ ਨਰਕ ਦੇ ਵਿੱਚ ਜਾ ਕੇ ਇਹਨਾਂ ਦੀ ਕੀਤੇ ਹੋਏ ਕਰਮਾਂ ਦਾ ਫਲ ਲੱਗਦਾ। ਔਰ ਜਿਹੜੇ ਗੁਰਮੁਖ ਪਿਆਰੇ ਹੈ, ਗੁਰਮੁਖ ਪਿਆਰਿਆਂ ਦਾ ਰਸਤਾ ਉਹ ਇਸ ਸੰਸਾਰ ਤੋਂ ਉੱਠ ਕੇ ਉਹਨਾਂ ਨੂੰ ਪਰਮਾਤਮਾ ਦੇ ਦੂਤ ਸਿੱਧੇ ਸੱਚਖੰਡ ਦੇ ਦੁਆਰੇ ਦੇ ਉੱਤੇ ਲਿਜਾ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਪੇਸ਼ ਕਰਦੇ ਆ, ਪਰਮਾਤਮਾ ਦੇ ਉਹਨਾਂ ਨੂੰ ਦਰਸਦਾਰੇ ਹੁੰਦੇ ਆ। ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਰਸਤਾ ਅਲੱਗ ਹੈ, ਮਨਮੁਖ ਲੋਕਾਂ ਦਾ ਰਸਤਾ ਅਲੱਗ ਹੈ। ਅਤੇ ਇਹ ਉਹਨਾਂ ਮਨਮੁਖਾਂ ਵਾਸਤੇ ਵਿਚਾਰ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਤੋਂ ਵਿਛੜੀ ਹੋਈ ਜਿੰਨੀ ਤੁਸੀਂ ਆਜੂ ਦਿੱਤੀ ਸੀ ਓਨੀ ਭੋਗ ਕੇ ਸੱਚੇ ਪਾਤਸ਼ਾਹ ਰੂਹ ਤੁਹਾਡੇ ਕੋਲ ਆਈ ਹੈ, ਤੁਹਾਡੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਰੂਹ ਨੂੰ ਆਪਣੇ ਅੰਗ ਸੰਗ ਰੱਖਣਾ, ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ। ਤਾਂ ਸਾਧ ਸੰਗਤ ਜੀ ਇਹ ਗੱਲ ਮੈਂ ਕਹਿ ਦੇਵਾਂ ਕਿ ਸਾਡੀ ਰੂਹ ਮਨਮੁਖ ਬੰਦਿਆਂ ਦੀ, ਜੋ ਮਨਮੁਖ ਹੈ ਉਹਨਾਂ ਦੀ ਰੂਹ ਕਦੇ ਵੀ ਸੱਚਖੰਡ ਦੁਆਰੇ 'ਤੇ ਨਹੀਂ ਜਾਂਦੀ ਗੀ, ਪਰਮਾਤਮਾ ਦੇ ਦਰਸਦਾਰੇ ਨਹੀਂ ਕਰਦੀ। ਉਹ ਪਰਮਾਤਮਾ ਦੇ ਦਰਸਦਾਰੇ ਤਾਂ ਸਿਰਫ ਗੁਰਮੁਖ ਰੂਹ ਕਰਦੀ ਹੈ, ਖਾਲਸ ਰੂਹ, ਜਿਹੜੀ ਰੂਹ ਸ਼ੁੱਧ ਹੋ ਗਈ ਹੈ, ਨਿਰਮਲ ਹੋ ਗਈ ਹੈ, ਖਾਲਸ ਹੋ ਗਈ ਹੈ। ਅਤੇ ਕਬੀਰ ਸਾਹਿਬ ਨੇ ਕਿਹਾ ਨਾ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਪਰਮਾਤਮਾ ਤਾਂ ਉਹਨਾਂ ਰੂਹਾਂ ਨੂੰ ਪ੍ਰਾਪਤ ਹੁੰਦਾ ਹੈ ਜਿਹੜੀਆਂ ਜੋਤਾਂ ਨਿਰਮਲ ਹੋ ਜਾਂਦੀਆਂ। ਪਰਮਾਤਮਾ ਦੀ ਨਿਰਮਲ ਜੋਤ ਵਰਗੀ ਸਾਡੀ ਵੀ ਜੋਤ ਨਿਰਮਲ ਹੋ ਜਾਂਦੀ ਹੈ। ਫਿਰ ਉਹਦਾ ਨਿਰਮਲ ਜੋਤ ਨਾਲ ਮਿਲਣ ਹੁੰਦਾ ਹੈ ਔਰ ਉਹ ਭੇਦ ਹੋ ਜਾਂਦੀ ਹੈ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਜਿਉਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਸਾਨੂੰ ਇਹ ਬਖਸ਼ਿਸ਼ ਕੀਤੀ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਣਾ। ਇਸ ਤਰ੍ਹਾਂ ਮਤਲਬ ਸਾਡੀ ਜੋਤ ਜਿਹੜੀ ਹੈ ਪਰਮਾਤਮਾ ਦੇ ਵਿੱਚ ਭੇਦ ਹੋ ਜਾਂਦੀ ਹੈ ਔਰ ਸੱਚਖੰਡ ਦੇ ਦੁਆਰੇ ਦੇ ਉੱਤੇ ਜਾਂ ਉਹ ਪਰਮਪਿਤਾ ਪਰਮਾਤਮਾ ਦੇ ਦਰਸਦਾਰੇ ਕਰਦੀ ਹੈ। ਤੋ ਸਾਧ ਸੰਗਤ ਜੀ ਇਹ ਸੀ ਸੱਚਖੰਡ ਦਾ ਅਸਲ ਵਿਚਾਰ, ਜਿਹੜਾ ਕਿ ਸਾਡੇ ਹਰ ਕਿਸੇ ਬੰਦੇ ਨੂੰ ਪਤਾ ਨਹੀਂ ਹੈ। ਆਪਣੀ ਬੁੱਧ ਦੇ ਮੁਤਾਬਕ ਹਰ ਕੋਈ ਆਪਣੇ ਆਪਣੇ ਵਿਚਾਰ ਪੇਸ਼ ਕਰ ਰਿਹਾ, ਕੋਈ ਕਿਵੇਂ ਕਹਿ ਰਿਹਾ, ਕੋਈ ਕਿਵੇਂ ਕਹਿ ਰਿਹਾ, ਪਰ ਅਸਲ ਦੇ ਵਿੱਚ ਵਾਸਤਵ ਇਹ ਹੈ ਕਿ ਸੱਚਖੰਡ ਜਿਹੜਾ ਹੈ ਜਿੱਥੇ ਪਰਮਾਤਮਾ ਦਾ ਵਾਸਾ ਹੈ, ਜਿੱਥੇ ਨਿਰੰਕਾਰ ਵਸਦਾ ਹੈ,
ਉਹ ਬ੍ਰਹਿਮੰਡ ਤੋਂ ਉੱਪਰ ਇੱਕ ਹੋਰ ਦੇਸ਼ ਹੈ, ਜਿਵੇਂ ਇੱਕ ਹੋਰ ਬ੍ਰਹਿਮੰਡ ਰੂਪ ਹੈ, ਉਸ ਦੇਸ਼ ਦੇ ਵਿੱਚ ਉਸ ਪਰਮਪਿਤਾ ਪਰਮਾਤਮਾ ਦਾ ਵਾਸਾ ਹੈ। ਔਰ ਉੱਥੇ ਇਹਨਾਂ ਰੂਹਾਂ, ਗੁਰਮੁਖ ਰੂਹਾਂ ਜਿਹੜੀਆਂ, ਨਿਰਮਲ ਰੂਹਾਂ ਜਿਹੜੀਆਂ, ਜਿਨ੍ਹਾਂ ਦੇ ਮੱਥੇ ਦੇ ਉੱਤੇ ਪਰਮਾਤਮਾ ਆਪਣੀ ਖੁਸ਼ੀ ਦਾ, ਆਪਣੇ ਪਿਆਰੇ ਹੋਣ ਦਾ ਬੈਜ ਲਗਾ ਦਿੰਦਾ, ਨਿਸ਼ਾਨੀ ਲਗਾ ਦਿੰਦਾ ਹੈ, ਉਹ ਰੂਹਾਂ ਜਿਹੜੀਆਂ ਸੱਚਖੰਡ ਦੇ ਦੁਆਰੇ ਦੇ ਉੱਤੇ ਜਾ ਕੇ ਵਾਸਾ ਕਰਦੀਆਂ ਹੈ। ਤੋ ਸਾਧ ਸੰਗਤ ਜੀ, ਜਿੱਥੇ ਪਰਮਾਤਮਾ ਵਸਦਾ ਉੱਥੇ ਹੀ ਸਾਡੀ ਇਹ ਰੂਹ ਜਿਹੜੀ ਹੈ ਫਿਰ ਵਾਸਾ ਕਰਦੀ ਹੈ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ, ਭਾਈ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਵਾਹਿਗੁਰੂ। ਤੋ ਇੰਨੀਆਂ ਵਿਚਾਰਾਂ ਕਰਦੇ ਹੋਏ ਦਾਸ ਸ਼ਮਾ ਦਾ ਜਾਚਕ ਹੈ, ਭੁੱਲਾਂ ਚੁੱਕਾਂ ਲਈ ਸ਼ਮਾ ਚਾਹੁੰਦਾ ਹੈ। ਅਗਰ ਕਿਸੇ ਨੂੰ ਕੋਈ ਵਿਚਾਰ ਦੇ ਵਿੱਚ ਕੋਈ ਤਰੁੱਟੀ ਮਹਿਸੂਸ ਆਵੇ ਜਾਂ ਕੋਈ ਵਿਚਾਰ ਕੋਈ ਹੋਰ ਗੁਣੀ ਗਿਆਨੀ ਬੰਦਾ ਇਸ ਤੋਂ ਵੀ ਜ਼ਿਆਦਾ ਜਾਣਦਾ ਹੋਵੇ, ਤੇ ਦਾਸ ਉਹਨਾਂ ਮਹਾਂਪੁਰਸ਼ਾਂ ਤੋਂ ਵੀ ਸਮਾਂ ਦਾ ਜਾਚਕ ਹੈ। ਦਾਸ ਨੂੰ ਜੋ ਗੁਰੂ ਨੇ ਬਖਸ਼ਿਸ਼ ਦਿੱਤੀ ਹੋਈ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਜੀ ਨੂੰ ਵਿਚਾਰ ਕਰਕੇ ਦੱਸ ਦਿੱਤਾ ਹੈ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਅਸੀਂ ਸ਼ਮਾ ਜਾਚਨਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੋਤ ਚੈਨਲ ਨੂੰ ਸਬਸਕ੍ਰਾਈਬ ਕਰੋ, ਸੈਂਡ ਕਰੋ, ਲਾਈਕ ਕਰੋ ਐਂਡ ਸੇਵ ਕਰੋ। ਆਪ